बाजवा साहब। सर मैं भी रिक्वेस्ट ऑनरेबल मिनिस्टर साहब ਨੂੰ ਤੁਹਾਡੇ ਜ਼ਰੀਏ ਕਰਨਾ ਚਾਹਨਾ। ਮੇਰੇ ਏਰੀਆ 'ਚ ਵੀ ਇੱਕ ਲਾਧੂਪੁਰ ਕਾਲਜ ਹੈ। ਕਾਫੀ ਦੇਰ ਪਹਿਲੇ ਇਹ ਲਾਧੂਪੁਰ ਕਾਲਜ ਗਵਰਨਮੈਂਟ ਡਿਗਰੀ ਕਾਲਜ ਖੋਲ੍ਹਿਆ ਗਿਆ, ਬਟ ਟੋਟਲ ਨੰਬਰ ਆਫ ਸਟੂਡੈਂਟਸ ਆਰ ਜਸਟ 18 ਕਰੋੜਾਂ ਰੁਪਏ ਲੱਗੇ ਨੇ। ਕੋਈ ਆਲਟਰਨੇਟਿਵ ਜੇ ਆਪਾਂ ਕੋਈ ਕੋਰਸਿਸ ਲੈ ਆਈਏ, ਮੇਰਾ ਸੁਜੈਸ਼ਨ ਹੋਏਗਾ ਕਈ ਜਗ੍ਹਾ ਤੇ ਡਿਗਰੀ ਕਾਲਜਸ ਚੱਲ ਨਹੀਂ ਰਹੇ ਬਿਕੋਜ਼ ਹੁਣ ਬੱਚੇ ਡਿਗਰੀ ਤੇ ਆਰਡੀਨਰੀ ਪੜ੍ਹਨਾ ਹੀ ਨਹੀਂ ਚਾਹੁੰਦੇ। ਜੇ ਆਲਟਰਨੇਟਿਵ ਕੋਰਸਿਸ ਜਿਸ ਤਰ੍ਹਾਂ ਵੈਟਰਨਰੀ ਦੇ ਨੇ ਜਾਂ ਕੋਈ ਹੋਰ ਚੀਜ਼ਾਂ ਨੇ ਜੇ ਉਹ ਕਰ ਸਕੋ ਤੇ ਆਪਾਂ ਉਸ ਇਨਫਰਾਸਟ੍ਰਕਚਰ ਦੀ ਬਿਹਤਰ ਇਸਤੇਮਾਲ ਵੀ ਕਰ ਲਈਏ ਤੇ ਬੱਚਿਆਂ ਨੂੰ ਵੀ ਉਹਦਾ ਐਡਵਾਂਟੇਜ ਹੋ ਸਕੇ। ਮੇਰੀ ਇਹ ਰਿਕੁਐਸਟ ਹੈ ਜੀ ਇਸ ਨੂੰ। ਧੰਨਵਾਦ ਬਾਜਵਾ ਸਾਹਿਬ। ਤੁਹਾਡੇ ਸਾਰਿਆਂ ਦੇ ਜਿਹੜੇ ਨਾ ਵਿਚਾਰ ਬੜੇ ਵਡਮੁੱਲੇ ਨੇ, ਪਰ ਇਸ ਤਰ੍ਹਾਂ ਆਪਾਂ ਪ੍ਰਸ਼ਨ ਕਾਲ ਨੂੰ ਅੱਗੇ ਤੋਰਨਾ ਸੌਖਾ ਨਹੀਂ ਰਹੇਗਾ। ਸੋ ਜੋ ਕੁਐਸਚਨ ਹੁੰਦਾ, ਮੇਰੀ ਬੇਨਤੀ ਹੈ ਉਸੇ ਤੇ ਹੀ ਰਿਹਾ ਕਰੋ। ਮੇਰੇ ਮਨ ਨੂੰ ਵੀ ਦੁੱਖ ਹੁੰਦਾ ਜਦੋਂ ਮੈਂ ਤੁਹਾਨੂੰ ਬੈਠਣ ਲਈ ਕਹਿਣਾ ਜਾਂ ਮੰਤਰੀ ਸਾਹਿਬ ਤੋਂ ਜਵਾਬ ਨਹੀਂ ਲੈ ਕੇ ਦਿੰਦਾ। ਸੋ ਇਸ ਕਰਕੇ ਜਿਹੜਾ ਕੁਐਸਚਨ ਹੈ ਉਹਦੇ ਨਾਲ ਹੀ ਰਿਲੇਟਡ ਰੱਖਿਆ ਕਰੋ। ਸਰਦਾਰ ਕਰਮਵੀਰ ਸਿੰਘ। ਧੰਨਵਾਦ ਸਪੀਕਰ ਸਾਹਿਬ। ਸਵਾਲ ਨੰਬਰ 43 ਜੀ। ਸਰਦਾਰ ਕੁਲਦੀਪ ਸਿੰਘ ਢਾਲੀਵਾਲ। सिमरनजीत सिंह मान ने बोला है कि ਕੁਲਵੰਤ ਜੀ 3 ਮਹੀਨੇ ਪਹਿਲਾਂ ਜਦੋਂ ਵੱਡੀ ਜਿੱਤ ਹੋਈ ਸੀ 92 ਸੀਟਾਂ ਮਿਲੀਆਂ ਸੀ, ਉਦੋਂ ਸਾਰਿਆਂ ਨੇ ਕਿਹਾ ਸੀ ਕਿ ਵੇਖਿਆ ਬਦਲਾਅ ਆਇਆ। ਹੁਣ ਵਿਰੋਧੀ ਤੇ ਉੱਥੋਂ ਦੇ ਲੋਕ ਕਹੀ ਜਾਂਦੇ ਅਸੀਂ ਬਦਲਾਅ 'ਚ ਵੀ ਬਦਲਾਅ ਲਿਆਂਦਾ। ਇਹ ਬਦਲਾਅ ਲਿਆਉਣ ਦੀ ਕਿਉਂ ਲੋੜ ਪਈ? ਕਿਉਂਕਿ ਰਵਾਇਤੀ ਪਾਰਟੀਆਂ ਤੋਂ ਔਖੇ ਹੋ ਕੇ ਤੁਹਾਨੂੰ ਲਿਆਂਦਾ। ਤੁਹਾਡੇ ਤੋਂ 3 ਮਹੀਨੇ 'ਚ ਇੰਨੇ ਔਖੇ ਲੋਕ ਕਿਉਂ ਹੋ ਗਏ ਜਿੰਨੇ 75 ਸਾਲਾਂ 'ਚ ਔਖੇ ਹੋਏ ਸੀ? ਲੋਕਾਂ ਨੂੰ ਅਸਲ ਦੇ ਵਿੱਚ ਨਾ ਬਹੁਤ ਜ਼ਿਆਦਾ ਖਾਲੀ ਸੀ ਕਿ ਲੋਕਾਂ ਦੇ ਇਸ਼ਾਵਾ ਸੀ ਜਾਂ ਸਾਮਾ ਸੀ। काली ने साडी सरकार ਮੇਰੀ ਖਾਲਿਸਤਾਨ ਦਾ ਏਜੰਡਾ ਵਾਪਸ ਰਿਵਾਈਵ ਨਹੀਂ ਹੋ ਰਿਹਾ। ਲੋਕ ਨਵੇਂ ਬਿਆਨ ਤਮੀਦ ਕਰਦੇ ਨੇ। ਇਹ ਬਿਆਨ ਤਾਂ ਰਟਾ ਵਿਰੋਧੀ ਤਰਫ ਤੱਕ ਦਿੰਦੀਆਂ ਆਈਆਂ ਤਾਂ ਵਿਰੋਧੀ ਬਸ ਬੈਠੇ ਨੇ। एक मिनट खालिस्तान का एजेंडा रिवाइव नहीं हो रहा है जी। नहीं, कोई ऐसी बात नहीं है, कुछ नहीं है। क्योंकि कल ओपनली कहा गया है, ओपनली नारे भी लगे हैं। बिल्कुल कोई ऐसी बात नहीं है, ना ही इस गल से ਪੈਣਾ ਚਾਹੀਦਾ। ਔਰ ਮੈਂ ਤੁਹਾਨੂੰ ਇਹ ਦੱਸਦਾ ਵੀ 3 ਮਹੀਨੇ ਹੋਏ ਨੇ। ਤੁਸੀਂ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਹੜੀ ਜਿੰਨੇ ਵੀ ਉਹਨਾਂ ਨੇ ਆਪਣੇ ਵਾਅਦੇ ਕੀਤੇ ਨੇ ਉਹ ਪੂਰੇ ਕਰੋ। ਲੱਗਦਾ ਭਰੋਸਾ ਜਿੱਤ ਪਾਓਗੇ ਦੁਬਾਰਾ ਲੋਕਾਂ जो हुआ है नतीजा आया उसको किस तरह से ਤੁਹਾਡਾ ਰਿਐਕਸ਼ਨ ਚਾਹਾਂਗੇ। ਲੋਕਾਂ ਨੇ ਇੱਕ ਬਹੁਤ ਵੱਡਾ ਫਤਵਾ ਜਿਹੜਾ ਪੋਲੀਟੀਕਲ ਵਿੰਡੇਟਾ ਦਾ ਪਿਛਲੇ 3 ਮਹੀਨੇ ਤੋਂ ਆਮ ਆਦਮੀ ਪਾਰਟੀ ਨੇ ਚਲਾਇਆ ਹੋਇਆ ਸੀ। ਇਹ ਪਹਿਲਾ ਜਿਹੜਾ ਬਜਟ ਹੋਊਗਾ ਪੰਜਾਬ ਦਾ, ਜਿਹਨੂੰ ਸਰਕਾਰ ਨੇ ਜਦੋਂ ਤਿਆਰ ਕਰਨਾ ਸੀਗਾ ਤੇ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਦੀ ਸਲਾਹ ਦੇ ਨਾਲ ਤਿਆਰ ਕੀਤਾ ਆ ਤੇ ਆਪਣੇ ਆਪ ਦੇ ਵਿੱਚ ਬਿਲਕੁਲ ਇੰਪੋਰਟੈਂਟ ਹੈ। ਸੰਗਰੂਰ ਬਾਈ ਇਲੈਕਸ਼ਨ ਦੇ ਰਿਜ਼ਲਟ ਨੂੰ ਕਿਵੇਂ ਦੇਖਦੀ ਆਮ ਆਦਮੀ ਪਾਰਟੀ? ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਆ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ। ਔਰ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਆ ਉਹ ਬਿਲਕੁਲ ਸਿਰ ਮੱਥੇ ਪ੍ਰਵਾਨ। ਪਰ ਇੱਕ ਚੀਜ਼ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਈ ਆ, ਪਹਿਲੀ ਸਰਕਾਰ ਨੇ ਕੀਤੀ ਆ, ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਕਿ ਇਲੈਕਸ਼ਨ ਨੂੰ ਫੇਅਰ ਐਂਡ ਫਾਈਨ ਹੋਣ ਦਿੱਤਾ ਹੈ। ਅੱਜ ਤੱਕ ਦਾ ਪੰਜਾਬ ਦਾ ਰਿਕਾਰਡ ਆ ਕਿ ਜਦੋਂ ਕਿਤੇ ਵੀ ਬਾਈ ਇਲੈਕਸ਼ਨ ਹੁੰਦੀ ਸੀਗੀ ਤਾਂ ਉਹ ਹਮੇਸ਼ਾ ਸਰਕਾਰਾਂ ਬਣੀਓ ਲੁੱਟੀ ਜਾਂਦੀ ਸੀ, ਸਰਕਾਰਾਂ ਬਣੀਓ ਕਰਾਈ ਨਹੀਂ ਜਾਂਦੀ ਸੀ। ਸੋ ਮੈਨੂੰ ਆਪਣੀ ਸਰਕਾਰ ਨੂੰ ਮੈਂ ਮੁਬਾਰਕਬਾਦ ਦਿੰਦੀ ਹਾਂ। ਮੈਨੂੰ ਇਸ ਗੱਲ ਦੀ ਖੁਸ਼ੀ ਆ। ਬਾਕੀ ਲੋਕਾਂ ਦਾ ਫਤਵਾ ਉਹ ਪ੍ਰਵਾਨ। ਪਰ ਇਸ ਜੈਨੂਨ ਹਾਰ ਦਾ ਕਾਰਨ ਕੀ ਹੈ ਮੈਮ? ਮੰਥਨ ਕੀਤਾ ਗਿਆ ਹੈ। ਨਹੀਂ, ਇਹ ਤਾਂ ਲੋਕ ਵੱਡੇ ਹੁੰਦੇ ਆ ਜੀ ਹਮੇਸ਼ਾ। ਨਹੀਂ, ਲੋਕ ਵੱਡੇ ਹੁੰਦੇ ਆ। ਦਿੱਲੀ ਮੁਖਤਿਆਰੀ ਤੋਂ ਲੋਕ ਨਾਰਾਜ਼ ਹੈ। ਪਬਲਿਕ ਦੀ ਮਰਜ਼ੀ ਆ, ਲੋਕ ਵੱਡੇ ਆ। ਕਿਸੇ ਵੀ ਇਨਸਾਨ ਨੂੰ ਬਣਾਉਣ ਵਾਲੇ, ਲੀਡਰ ਨੂੰ ਬਣਾਉਣ ਵਾਲੇ ਲੋਕ ਹੁੰਦੇ ਆ। ਸੋ ਉਹਨਾਂ ਨੇ ਜੋ ਫੈਸਲਾ ਦਿੱਤਾ ਉਹ ਲਿਆਉਣਾ ਚਾਹੁੰਦਾ ਹਾਂ। Do you think? No, there is no way ਕਿ there will be revival of Khalistan. ਪੰਜਾਬ ਦੇ ਲੋਕੀ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਨੈਸ਼ਨਲਿਸਟ ਲੋਕੀ ਹੈ। ਅਸੀਂ ਖਾਲਿਸਤਾਨ ਨਹੀਂ, ਬਟ ਅਸੀਂ ਇੱਕ ਉਹ ਪੰਜਾਬ ਚਾਹੁੰਦੇ ਹੈਗੇ ਜਿਹੜਾ ਪੰਜਾਬ ਸਰਮੌਰ ਪੰਜਾਬ ਹੋਵੇ। ਖਾਲਿਸਤਾਨ ਦੀ ਨਾ ਕਦੇ ਗੱਲ ਪਹਿਲਾਂ ਕਦੇ ਹੋਈ ਸੀਗੀ ਤੇ ਨਾ ਹੁਣ ਹੋਏਗੀ। ਕਾਂਗਰਸ will always stand with the people. But the way the votes had been given to Simranjit Singh Maan, he has been saying that. ਸਰ ਦੇਖੋ ਜਿਹੜੇ ਮਾਨ ਸਾਹਿਬ ਦੇ ਕਮੈਂਟਸ ਹੈ ਬਿਲਕੁਲ ਵੱਖ ਹੈ। ਅਗਰ ਤੁਸੀਂ ਕਾਂਗਰਸ ਦਾ ਇਤਿਹਾਸ ਦੇਖੋ ਤੇ ਕਾਂਗਰਸ ਹਮੇਸ਼ਾ ਇਹ ਨੈਸ਼ਨਲਿਸਟ ਪਾਰਟੀ ਰਹੀ ਹੈ ਤੇ ਇਹ ਖਾਲਿਸਤਾਨ ਦੇ ਵਿਰੁੱਧ ਸਭ ਤੋਂ ਜ਼ਿਆਦਾ ਅਗਰ ਸ਼ਹਾਦਤਾਂ ਦਿੱਤੀਆਂ ਤਾਂ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦਿੱਤੀਆਂ ਐਂਡ ਉਹਨਾਂ ਦੀ ਲੀਡਰਸ ਨੇ ਦਿੱਤੀਆਂ। ਬਾਬਾ ਸਾਹਿਬ ਆਮ ਆਦਮੀ ਪਾਰਟੀ ਕਹਿੰਦੇ ਕਿ ਚਲੋ ਸਾਡੀ ਹਾਰ ਹੋ ਗਈ, ਸਾਨੂੰ ਫਤਵਾ ਮਨਜ਼ੂਰ ਹੈ, ਪਰ ਜਿਹੜੀਆਂ ਰਵਾਇਤੀ ਪਾਰਟੀਆਂ ਸੀ, ਕਾਂਗਰਸ ਹੋ ਗਈ ਭਾਵੇਂ ਅਕਾਲੀ ਦਲ ਹੋ ਗਈ, ਕਹਿੰਦੇ ਇਹ ਤਾਂ ਜਮਾਂ ਹੀ ਇਹਨਾਂ ਦਾ ਮੋਰਚਾ ਘਟ ਗਿਆ, ਜਮਾਂ ਹੀ ਸਾਫ਼ ਹੋ ਗਿਆ। ਅਗਰ ਤੁਸੀਂ ਵੇਖੋ ਤੇ 3 ਮਹੀਨੇ ਪਹਿਲਾਂ ਰਵਾਇਤੀ ਪਾਰਟੀਆਂ ਨੂੰ ਲੋਕਾਂ ਨੇ ਨਕਾਰਤਾ ਸੀਗਾ।
ਸਾਡੀ ਕਾਂਗਰਸ ਪਾਰਟੀ ਦੇ ਵਿੱਚ ਇੱਕ ਨਵੀਂ ਟੀਮ ਦੀ ਗਠਨ ਹੋ ਗਿਆ ਹੈਗਾ, ਇੱਕ ਨਵੀਂ ਕਾਂਗਰਸ ਦੁਬਾਰਾ ਅਸੀਂ ਬਣਾਉਣ ਦੇ ਹੈਗੇ ਆ। ਸਾਡੀ ਤਾਂ ਇਹ ਟ੍ਰਾਂਜੀਸ਼ਨ ਪੀਰੀਅਡ ਹੈਗਾ, ਲੇਕਿਨ ਜਿਸ ਵੱਡੇ ਫਤਵੇ ਨੂੰ 4 ਮਹੀਨੇ ਪਹਿਲਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਦਿੱਤਾ, ਜਿਹਦੇ ਵਿੱਚ ਲਗਭਗ 4 ਲੱਖ ਵੋਟਾਂ ਤੋਂ ਉਹ ਸੈਗਮੈਂਟ ਸੰਗਰੂਰ ਦਾ ਉਹ ਜਿੱਤੇ ਸੀਗੇ, ਮੇਰੇ ਹਿਸਾਬ ਨਾਲ ਅੱਜ ਉਹ ਮੌਲਿਕ ਜ਼ਿੰਮੇਵਾਰੀ ਬਣਦੀ ਹੈ ਮੁੱਖ ਮੰਤਰੀ ਸਾਹਿਬ ਦੀ ਕਿ ਜਿੱਥੋਂ ਸਭ ਤੋਂ ਇੰਪੋਰਟੈਂਟ 2 ਵਜ਼ੀਰ ਪਲੱਸ ਮੁੱਖ ਮੰਤਰੀ ਸਾਹਿਬ ਆਪ ਆਉਂਦੇ ਹੈਗੇ ਆ। ਲੋਕਾਂ ਨੇ 3 ਮਹੀਨਿਆਂ ਦੇ ਵਿੱਚ ਹੀ ਉਹਨਾਂ ਨੂੰ ਬਾਹਰ ਇਹ ਫਤਵਾ ਦੇਤਾ ਐਂਡ ਆਈ ਥਿੰਕ ਸੋ ਰਿਸਪੌਂਸਿਬਿਲਿਟੀ ਮੁੱਖ ਮੰਤਰੀ ਸਾਹਿਬ। ਝੋਨੇ ਦਾ ਸੀਜ਼ਨ ਸੀ, ਕਿਸਾਨ ਰੁੱਝੇ ਹੋਏ ਸੀ, ਤਾਂ ਸਾਨੂੰ ਵੋਟਾਂ ਹੀ ਪਈਆਂ। ਠੀਕ ਹੈ ਸਰ, ਮੇਰੀ ਇਹ ਬੇਨਤੀ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਇਸ ਤੇ ਰਿਜ਼ਾਈਨ ਕਰਨਾ ਚਾਹੀਦਾ ਹੈ। ਠੀਕ ਹੈ। ਸਿਮਰਜੀਤ ਸਿੰਘ ਮਾਨ ਜੀ ਨੂੰ ਅਸੀਂ ਜਿੱਥੇ ਕੋਈ ਖਾਮੀ ਹੋਵੇਗੀ ਉਹ ਸੰਬੰਧਿਤ ਜੋ ਵੀ ਅਧਿਕਾਰੀ ਹੋਵੇਗਾ ਉਹਦੇ ਨਾਲ ਰਾਬਤਾ ਕਰਕੇ ਉਹ ਬੱਸਾਂ ਚਲਾਈਆਂ ਜਾਣਗੀਆਂ। ਧੰਨਵਾਦ। ਜੈ ਕਿਸ਼ਨ ਸਿੰਘ ਜੀ ਰੌੜੀ। सर 289। श्री ब्रह्म शंकर जल स्रोत मंत्री। कंडी नहर स्टेज 2 विधान सभा हल्का गढ़शंकर विचों गुजरती है। इस कंडी नहर स्टेज 2 की उसारी का काम मुकम्मल हो चुका है। कंडी नहर स्टेज 1 की रैहबिलिटेशन का काम 31.810 किलोमीटर तक मुकम्मल हो चुका है ਅਤੇ नहर में पानी की सप्लाई बुरजी 31.810 तक शुरू कर दिता है। इस तो अगे कंडी नहर स्टेज 1 की बुरजी 31.810 तो लैके 59.500 किलोमीटर तक रैहबिलिटेशन का काम उसारी अधीन है। इस कंडी नहर स्टेज 1 की रैहबिलिटेशन का काम मुकम्मल ਕਰਨ ਉਪਰੰਤ ਕੰਡੀ ਨਹਿਰ ਸਟੇਜ 1 ਅਤੇ ਸਟੇਜ 2 ਵਿੱਚ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਏਗੀ। ਮੈਂ ਬਹੁਤ ਹੀ ਮਾਨਯੋਗ ਸਪੀਕਰ ਸਾਹਿਬ ਤੇ ਆਪਣੇ ਮਾਨਯੋਗ ਬੜੇ ਵਰਿਸ਼ਟ ਮੈਂਬਰ ਰੋੜੀ ਜੀ ਨੂੰ ਇਹ ਆਸ਼ਵਾਸਨ ਦਿੰਦਾ। ਧੰਨਵਾਦ ਜੀ। ਰੋੜੀ ਸਾਹਿਬ। ਸਪੀਕਰ ਸਾਹਿਬ, ਜਿਹੜੀ ਇਹ ਕੰਡੀ ਕਨਾਲ ਨਹਿਰ ਆ ਇਹ ਕੰਡੀ ਇਲਾਕੇ ਦੇ ਲਈ ਲਾਈਫਲਾਈਨ ਆ। ਗੜਸ਼ੰਕਰ ਹੋਵੇ, ਬਲਾਚੌਰ ਹੋਵੇ, ये डार्क तब्दीलियां कराएंगे, लेकिन बादल का जमानत जब तो हुई है का वादा किया था, क्या लगता है बजट में आएगा? वो लगता है अभी मेरे को पता नहीं है, मैं बजट में जाऊंगा तो पता चलेगा। हमें तो कुछ पता बादल दल की जमानत आप नहीं जितनी होर कोई भी नहीं, बिकॉज मैनू नजर आ रहा सी, सरकार नू भी नजर आ रहा सी, लोग पंजाब के लोग बड़े इमोशनल, पंजाब के लोगों ने ये गल तय कर ली, बर्दाश्त नहीं की कि सानू कोई होर चलावे। पंजाब वाले लोग बिजली तो बिना रह सकते हैं, भुखे प्यासे रह सकते हैं, पंजाब के लोग दुख तकलीफ च रह सकते हैं, लेकिन उन्होंने कोई होर आके चलावे ये तो कदे पंजाबियों को मंजूर ही नहीं है। सो मैनू लगता है कि ये बहुत चीज़ों ते आम आदमी पार्टी को मंथन करने की लोड़ है। सो जो तुसी सोचते सी वो नहीं होया। 4 मंत्री तुसी उत्थों बनाए, सारे के सारे मिनिस्टर्स उत्थों हार गए ने। ਅੱਜ ਚੀਮਾ ਸਾਹਿਬ ਤੋਂ ਮੈਨੂੰ ਲੱਗਦਾ ਬਜਟ ਪੇਸ਼ ਨਹੀਂ ਕੀਤਾ ਜਾਣਾ। ਬਾਦਲ ਦਲ ਦੀ ਸਮੱਸਿਆ ਕੋਈ ਹੈ। नॉट ओनली लॉ एंड ऑर्डर, देयर आर अदर इश्यूज आल्सो। बहुत सारे ऐसे मान ने खालिस्तान का झंडा दोबारा से ये किया है, उसके बारे में क्या? मेरे को पता नहीं है उन्होंने ऐसा किया। देखो, अगर खालिस्तान की कोई बात करता है, मैं उनको बधाई देना चाहता हूँ। सिमरजीत सिंह मान को बहुत मुबारकबाद, और परमात्मा उन्होंने चढ़ती कला बख्शे, तंदुरुस्ती बख्शे। लेकिन मेरी सिमरजीत सिंह मान तो एक ही बेनती है कि वो पंजाब को जोड़ के रखेंगे, क्योंकि पंजाब अगर टुटेगा तो पंजाब खत्म हो जाएगा। पंजाब हुण संताप नहीं भोग सकता, पंजाब कोई इस तरह की गल नहीं सुन सकता जिन्हें नाल पंजाब का नुकसान हो। जिस तरह कहा जाता है काबल गिर गया, ਜਦੋਂ ਕਾਬਲ ਗਿਰ ਜਾਏ ਤੇ ਉਹਦਾ ਮਤਲਬ ਤੁਸੀਂ ਆਪੇ ਸਮਝ ਲਓ, ਕਾਬਲ ਦਾ ਗਿਰਨਾ ਮਤਲਬ ਅਫਗਾਨਿਸਤਾਨ ਤੇ ਕਬਜ਼ਾ ਹੋਣਾ। ਸੰਗਰੂਰ ਦਾ ਗਿਰਨਾ ਮੀਨਸ ਖਤਮ ਹੋਣਾ ਆਪ ਦਾ ਸਾਰੇ ਪੰਜਾਬ ਦੇ ਵਿੱਚੋਂ, ਤੇ ਹਿੰਦੁਸਤਾਨ ਤੇ ਪਹਿਲੇ ਵਾਈਂਡ ਅਪ ਹੋ ਹੀ ਜਾਣੀ ਹੈ ਜੀ। ਕੋਈ ਦੇ ਹੈਵ ਨਥਿੰਗ ਐਲਸ ਟੂ ਸੇ। ਦੇਖੋ, ਸਿੱਧੇ ਤੌਰ ਭਗਵੰਤ ਸਿੰਘ ਮਾਨ ਨੇ ਜਿਹੜੀ ਠੇਕੇ ਤੇ ਸਰਕਾਰ ਦੇਤੀ ਦਿੱਲੀ ਤੋਂ, ਜਿਹੜੀ ਦਿੱਲੀ ਤੋਂ ਸਰਕਾਰ ਚੱਲ ਰਹੀ ਸੀ, ਕਦੇ ਵੀ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਦਿੱਲੀ ਕਾਬਜ਼ ਰਹੇ। ਤੇ ਲਾਸਟ ਨੇਲ ਇਨ ਦੀ ਕੌਫਨ ਵਾਸ ਜਿਸ ਦਿਨ ਕੇਜਰੀਵਾਲ ਦੀ ਗੱਡੀ ਨਾਲ ਉਹਦੀ ਖਿੜਕੀ ਨਾਲ ਲਟਕ ਕੇ ਆਇਆ,
ਉਸ ਗੱਲ ਨੇ ਬਹੁਤ ਹਰਟ ਕੀਤਾ ਸਾਰੇ ਪੰਜਾਬੀਆਂ ਦੇ ਮਨ ਨੂੰ। ਉਹਦਾ ਡਾਇਰੈਕਟ ਰਿਜ਼ਲਟ ਨਹੀਂ, ਇਹਨੂੰ ਸਲਾਹ ਕੀ ਦੇਣੀ? ਸਲਾਹ ਤਾਂ ਮੰਨਣ ਵਾਲੇ ਹੈ ਹੀ ਨਹੀਂ ਹੈ ਜੀ। ਸਲਾਹ ਮੰਨਣ ਵਾਲੇ ਉਹਦੇ ਤਾਂ ਏਡੀ ਛੇਤੀ ਇਹ ਡਿੱਗਦੇ ਜੀ। ਸਲਾਹ ਨਹੀਂ ਹੈ ਮੰਨਣ ਵਾਲੇ। ਇਹਨਾਂ ਨੇ ਆਪਣੇ ਵੇਖੋ, ਮੈਂ ਤੁਹਾਨੂੰ ਪਾਰਲੀਮੈਂਟ ਤੱਕ ਨਹੀਂ ਚੱਲਣੀ ਹੈਗਾ। ਇਟ ਇਜ਼ ਗੋਇੰਗ ਟੂ ਫਾਲ ਬਿਫੋਰ ਦੀ ਪਾਰਲੀਮੈਂਟ ਇਲੈਕਸ਼ਨ। ਦੇਖੋ ਇਹ ਤਾਂ ਮੈਂ ਸਮਝਦਾ ਇਹ ਇਕੱਲੀ ਆਮ ਆਦਮੀ ਪਾਰਟੀ ਲਈ ਮਾੜੀ ਗੱਲ ਨਹੀਂ ਹੈ, ਇਹ ਪੰਜਾਬ ਲਈ ਵੀ ਬਹੁਤ ਜ਼ਿਆਦਾ ਚੰਗਾ ਇੰਡੀਕੇਸ਼ਨ ਨਹੀਂ ਹੈ ਕਿ 3 ਮਹੀਨਿਆਂ 'ਚ ਜਿਹੜੀ 5 ਸਾਲਾਂ ਦੀ ਬਹੁਤ ਵੱਡੀ ਸਰਕਾਰ ਆ ਉਹਦਾ 3 ਮਹੀਨਿਆਂ 'ਚ ਮੋਹ ਭੰਗ ਹੋ ਜਾਣਾ, ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਮਾੜੇ ਇੰਡੀਕੇਸ਼ਨ ਆ ਪੰਜਾਬ। ਐਸਾ ਕਿ ਸੰਗਰੂਰ ਦੇ ਲੋਕਾਂ ਨੇ ਸੱਤਾਧਾਰੀ ਪਾਰਟੀ ਦਾ ਕਮੰਡ ਚੂਰ-ਚੂਰ ਕੀਤਾ ਹੈ। ਉਹਨਾਂ ਨੇ ਇੱਕ ਸਿੱਧਾ ਸੰਦੇਸ਼ ਦਿੱਤਾ ਹੈ ਕਿ ਜੇਕਰ ਅਸੀਂ ਤੁਹਾਨੂੰ ਅਰਸ਼ ਤੱਕ ਪਹੁੰਚਾ ਸਕਦੇ ਹਾਂ ਤਾਂ ਫਰਸ਼ ਤੇ ਵੀ ਲਾ ਸਕਦੇ ਹਾਂ। ਲੋਕਾਂ ਨੇ ਛਲਾਵਾ, ਝੂਠ ਔਰ ਜਿਹੜੀ ਕਮੇਡੀ ਚੱਲ ਰਹੀ ਹੈ 3 ਮਹੀਨੇ ਤੋਂ ਪੰਜਾਬ ਦੇ ਅੰਦਰ, ਉਹਦੇ ਖਿਲਾਫ ਜਿਹੜਾ ਆਪਣਾ ਮਤ ਦਿੱਤਾ ਹੈ। ਔਰ ਹੁਣ ਵੀ ਸੱਤਾ ਪਕਸ਼ ਨੂੰ ਜਾਗਣਾ ਪਏਗਾ, ਘਮੰਡ ਛੱਡਣਾ ਪਏਗਾ, ਲੋਕਾਂ ਨਾਲ ਕੀਤੇ ਵਾਅਦੇ ਜਿਹੜੇ ਉਹ ਪੂਰੇ ਕਰਨੇ ਪੈਣਗੇ। ਜਿੱਥੇ ਤੱਕ ਤੁਹਾਡੇ ਸਵਾਲ ਦੇ ਅੰਦਰ ਬੀਜੇਪੀ ਦਾ ਸਵਾਲ ਸੀ, ਸਾਰੀ ਦੁਨੀਆ ਜਾਣਦੀ ਹੈ, ਪੰਜਾਬ ਵੀ ਜਾਣਦਾ, ਹਿੰਦੁਸਤਾਨ ਵੀ ਜਾਣਦਾ ਕਿ ਬੀਜੇਪੀ ਨੇ ਪਹਿਲੀ ਵਾਰ ਉੱਥੇ ਆਪਣੇ ਨਿਸ਼ਾਨ ਤੇ ਚੁਣਾਵ ਲੜਿਆ। ਔਰ ਪਹਿਲੀ ਵਾਰ ਚੁਣਾਵ ਲੜਦੇ ਹੋਏ ਅਗਰ 9.9% ਲੋਕ ਤੁਹਾਡੇ ਨਾਲ ਖੜੇ ਹੁੰਦੇ ਨੇ, ਇਹ ਪਾਰਟੀ ਦੇ ਨੇ ਇੱਕ ਬੀਜ ਜਿਹੜਾ ਅੰਕੁਰਿਤ ਕਰ ਦਿੱਤਾ। ਔਰ 2024 ਦੇ ਅੰਦਰ ਤੁਸੀਂ ਦੇਖੋਗੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਅੰਦਰ ਬਹੁਤ ਵੱਡੀ ਤਾਕਤ ਬਣ ਕੇ ਉਭਰੇਗੀ। ਤੁਸੀਂ ਕਹਿ ਰਹੇ ਸੀ ਕਿ ਸੰਗਰੂਰ ਗੜ ਹੈ, ਸੰਗਰੂਰ ਚੋਂ ਕਦੇ ਨਹੀਂ ਹਾਰਦੇ, ਬਾਕੀ ਜੋ ਮਰਜ਼ੀ ਹੋ ਜਾਏ। ਮੈਂ ਕਹਿ ਰਹੀ ਹਾਂ ਮੇਰੀ ਅੰਦਰ ਇੱਕ ਮੀਟਿੰਗ ਹੈ, ਮੈਂ ਵਾਪਸ ਆਉਂਦੀ ਪੂਰਾ ਟਾਈਮ ਲਾ ਕੇ ਜਾਊਂਗੀ। ਅਸੀਂ ਤਾਂ ਤੁਹਾਡੇ ਬਿਆਨ ਬਾਰੇ ਪੁੱਛ ਰਹੇ ਹਾਂ। ਤੁਸੀਂ ਕਿਹਾ ਸੀ ਕਿ ਕੁਝ ਵੀ ਹੋ ਜਾਏ ਸੰਗਰੂਰ ਨਹੀਂ ਹਾਰਦੇ। ਮੇਰੀ ਗੱਲ ਸੁਣੋ, ਮੇਰੀ ਅੰਦਰ ਐਮਐਲਏ ਦੀ ਮੀਟਿੰਗ ਹੈ, ਮੈਂ ਅੱਧਾ ਘੰਟਾ ਲੇਟ ਹਾਂ। ਇੰਨੇ ਚਿਰ ਤਾਂ ਤੁਸੀਂ ਬਿਆਨ ਦੇ ਦੇਣਾ। ਮੈਂ ਚੰਗੀ ਤਰ੍ਹਾਂ ਦੇ ਕੇ ਇੰਨੇ ਚਿਰ ਤਾਂ ਦੱਸ ਦੇਣਾ। ਬਿਆਨ ਬੜਾ ਵਾਇਰਲ ਹੋ ਰਿਹਾ। ਸੰਗਰੂਰ ਚੋਣ ਨਤੀਜਾ ਮੈਂ ਕਹਿ ਰਹੀ ਹਾਂ ਜੀ, ਮੇਰੀ ਮੀਟਿੰਗ ਇੰਨੇ ਚਿਰ ਤਾਂ ਤੁਸੀਂ ਬੋਲ ਦੇਣਾ ਸੀ। ਬਾਬਾ ਜੀ ਫਿਰ ਮੈਂ ਵਾਪਸ ਆਉਂਦੀ। ਮੈਂ ਮੇਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਮੇਰੀ ਮੀਟਿੰਗ ਇੰਨੇ ਚਿਰ ਚ ਤਾਂ ਅਨਮੋਲ ਜੀ ਦੱਸ ਦੇਣਾ। ਮੈਂ ਵਾਪਸ ਆਉਂਦੀ ਭਾਜੀ, ਵਾਪਸ ਆ, ਮੈਂ ਮਾਫੀ ਚਾਹੁੰਦੀ ਹਾਂ। ਅਨਮੋਲ ਇਹ ਤਾਂ ਆਪਾਂ ਨੂੰ ਸਭ ਨੂੰ ਪਤਾ, 3 ਮਹੀਨੇ ਹੋਏ ਸਾਰੇ, 3 ਮਹੀਨਿਆਂ 'ਚ ਤਾਂ ਆਪਾਂ ਕਟਾਰੀਆ ਸਾਹਿਬ 3 ਮਹੀਨਿਆਂ 'ਚ ਭਰੋਸਾ ਖੁੱਸਦਾ ਵੀ ਨਹੀਂ। 3 ਮਹੀਨਿਆਂ 'ਚ ਭਰੋਸਾ ਖੁੱਸਦਾ ਵੀ ਨਹੀਂ। 92 ਸੀਟਾਂ ਬਾਈ ਜੀ, ਮੈਂ ਮੰਨਦਾ 92 ਸੀਟਾਂ, ਪਰ ਪਤਾ ਨਹੀਂ ਕਿਉਂ ਬਥੇਰਾ ਲੋਕਾਂ ਨੂੰ ਅਸੀਂ ਸਮਝਾਉਂਦੇ ਰਹੇ ਆ ਵੀ ਕੋਈ ਆਪਾਂ ਕੋਠੀ ਬਦਲਦੇ ਆ ਤੇ ਉਹਦੇ ਵਿੱਚ 3 ਮਹੀਨੇ ਮੇਰਾ ਖਿਆਲ ਲੱਗ ਜਾਂਦੇ, ਕਿਹੜੀ ਚੀਜ਼ ਕਿੱਥੇ ਪਈ ਆ ਨਹੀਂ ਪਤਾ ਲੱਗਦਾ। ਤੇ ਇਹ ਤਾਂ ਸਾਹਿਬ ਇਸੇ ਤਰ੍ਹਾਂ ਵਿਰੋਧੀ ਤਰ੍ਹਾਂ ਖੁਦ ਮੰਨਦੀਆਂ ਕਿ ਐਂ ਲੋਕ ਸਾਨੂੰ ਸਮਝਾਉਂਦੇ ਸੀ, ਉਦੋਂ ਅਸੀਂ ਵੀ ਨਹੀਂ ਸਮਝਦੇ ਸੀ। ਉਹ ਆਂਦੇ ਹੁਣ ਉਹੀ ਕਿ ਤਰਕ ਤੁਸੀਂ ਦਿੰਦੇ ਰਹਿੰਦੇ, ਲਾ ਐਂਡ ਆਰਡਰ ਸਭ ਠੀਕ ਹੈ, ਪੰਜਾਬ ਦੇ ਹਾਲਾਤ ਸਭ ਠੀਕ ਹੈ, ਬਸ ਸਕੀਮਾਂ ਸਾਰੀਆਂ ਲਾਗੂ ਹੋ ਜਾਣੀਆਂ, ਐਂ ਉਹ ਆਂਦੇ ਹੁੰਦੇ ਸੀਗੇ। ਤੇ ਇਸ ਕਰਕੇ ਉਹ ਕਹਿੰਦੇ ਕਿ ਅਸੀਂ ਹੁਣ ਵਿਰੋਧੀ ਧਿਰ 'ਚ ਬੈਠੇ ਆ ਤੇ ਸੀਟਾਂ ਵੀ ਗਿਣੀਆਂ ਚੁਣੀਆਂ ਹੀ ਰਹਿ ਗਈਆਂ। 92 ਸੀਟਾਂ ਤੁਹਾਨੂੰ ਦਿੱਤੀਆਂ, ਤੁਸੀਂ ਹੁਣੇ ਤਰਕ ਦੇਣ ਲੱਗ ਗਏ। 3 ਮਹੀਨੇ 'ਚ ਇੱਕ ਵੱਡੀ ਹਾਰ ਗੜ 'ਚ ਤੁਹਾਡੇ 'ਚ। ਠੀਕ ਹੈ, ਲੋਕਾਂ ਦਾ ਫਤਵਾ ਵਾ ਜੋ ਸਿਰ ਮੱਥੇ ਸਾਡੇ, ਪਰ ਇਹ ਵੀ ਅਸੀਂ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਦੂਰ ਕਰਾਂਗੇ, ਨਾਲ ਮਿਲ ਕੇ ਸਾਰਾ ਬੈਠਕ ਹੋਊਗੀ। ਉਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਇਹ ਸਾਰੇ ਪੰਜਾਬ ਦੇ ਵਿੱਚ ਜਿਨ੍ਹਾਂ ਕੋਲ ਅੱਜ ਸੱਤਾ ਗਵਾਚੀ ਹੋਈ ਆ, ਉਹਨਾਂ ਨੇ ਇੱਕ ਬੜਾ ਵੱਡਾ ਰੌਲਾ ਪਾਇਆ ਲਾ ਐਂਡ ਆਰਡਰ ਦਾ। ਔਰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਦੂਜੀ ਗੱਲ ਆ ਕਿ ਜਿਹੜੇ ਸੰਗਰੂਰ ਦੇ ਲੋਕ ਆ, ਪਿਛਲਾ ਵੀ ਉਹਨਾਂ ਦਾ ਇਤਿਹਾਸ ਆ ਕਿ ਉਹ ਕਿਤੇ ਨਾ ਕਿਤੇ ਰਿਵੈਲੂਸ਼ਨਰੀ ਨੇ, ਰਿਵੋਲਟ ਕਰ ਜਾਂਦੇ ਆ ਜਲਦੀ। ਸੋ ਅਜੇ ਸਰਕਾਰ ਨੇ ਕੁਛ ਐਸਾ ਕੀਤਾ ਹੀ ਨਹੀਂ ਕਿ ਉਹ ਰਿਵੋਲਟ ਕਰਦੇ। ਪਰ ਕਿਤੇ ਨਾ ਕਿਤੇ ਜਿਹੜੀ ਇਹ ਸੱਤਾ ਆ, ਤੁਸੀਂ ਇਹ ਦੇਖੋ ਕਿ ਇਹਨਾਂ 3 ਪਾਰਟੀਆਂ ਨੇ ਮਾਨ ਸਾਹਿਬ ਦੀ ਮਦਦ ਕੀਤੀ, ਇਹਨਾਂ ਦੀ ਜ਼ਬਾਨ ਜ਼ਬਤ ਹੋ ਗਈ। ਦੇਖੋ ਇਹ ਜੰਗ ਹੈ, ਇਹ 'ਚ ਹਾਰ ਜਿੱਤ ਹੁੰਦੀ ਰਹਿੰਦੀ ਹੈ, ਖੜੇ ਮਿੱਠੇ ਮੱਥੇ ਲੈਣਾ ਚਾਹੀਦਾ, ਕੋਈ ਐਸੀ ਗੱਲ। ਕਾਰਨ ਕੀ ਮੰਨਦੇ ਹੋ? ਪਾਰਟੀ ਨੇ ਐਨਾਲਿਸਿਸ ਕੀਤਾ ਹੈ ਕਿ ਪਾਰਟੀ ਦੇ ਵਰਕਰਸ ਨੂੰ ਕਹਿੰਦੇ ਦਰਕਿਨਾਰ ਕੀਤਾ ਗਿਆ? ਨਹੀਂ, ਐਸਾ ਕੁਝ ਨਹੀਂ ਹੈ। ਪੰਜਾਬੀ ਇਮੋਸ਼ਨਲ ਕੌਮ ਹੈ, ਭਾਵੁਕ ਕੌਮ ਹੈ, ਕਦੇ ਵੀ ਭਾਵੁਕ ਹੋ ਜਾਂਦੀ ਹੈ। ਭਾਵੁਕ ਹੋ ਕੇ ਵੋਟਾਂ ਪਾਈਆਂ ਲੋਕਾਂ ਨੇ, ਲੱਗਦਾ ਇਦਾਂ ਹੀ। ਤੇ ਪਾਰਟੀ ਦੀ ਕੀ ਮਿਹਨਤ ਸੀਗੀ ਫਿਰ? ਪਾਰਟੀ ਦੀ ਬਹੁਤ ਵਧੀਆ ਮਿਹਨਤ ਸੀ। ਪਾਰਟੀ ਦਾ ਜਿਹੜਾ ਵੋਟ ਬੈਂਕ ਓਨਾ ਹੀ ਹੈ, ਕੋਈ ਪਾਰਟੀ ਦੀ ਪਰਸੈਂਟੇਜ ਵੋਟ ਨਹੀਂ ਘਟੀ। ਲੋਕਾਂ ਦੀ ਆਵਾਜ਼ ਹੈ ਜੀ, ਉਹਨਾਂ ਨੇ ਜਿਹੜਾ ਫੈਸਲਾ ਕੀਤਾ ਹੈ ਉਹ ਸਾਰਿਆਂ ਨੂੰ ਸਵੀਕਾਰ ਕਰਨਾ ਪਊਗਾ। ਤਾਂ ਬਜਟ ਨੂੰ ਲੈ ਕੇ ਕਿਵੇਂ ਲੱਗਦਾ ਜੀ? ਦੇਖੋ ਜੀ, ਜਿਹੜੀ ਲੋਕਾਂ ਦੀ ਉਮੀਦ ਹੈ ਉਹ ਤਾਂ ਪਤਾ ਲੱਗ ਗਿਆ।
ਤਾਂ ਬਜਟ ਪੇਸ਼ ਹੋਣਾ ਹੈ 11 ਵਜੇ ਬਜਟ ਪੇਸ਼ ਹੋਣਾ ਹੈ। ਹੁਣ ਤੋਂ ਥੋੜੇ ਹੀ ਸਮੇਂ ਦੇ ਬਾਅਦ ਖਜ਼ਾਨਾ ਮੰਤਰੀ ਹਰਪਾਲ ਚੀਮਾ ਬਜਟ ਪੇਸ਼ ਕਰਨਗੇ, ਲੇਕਿਨ ਵਿਰੋਧੀਆਂ ਨੇ ਕੱਲ ਦੀ ਸੰਗਰੂਰ ਦੇ ਵਿੱਚ ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਲਿਆ ਹੈ। ਸਿੱਧੀਆਂ ਤਸਵੀਰਾਂ ਅਸੀਂ ਵਿਧਾਨ ਸਭਾ ਤੋਂ ਲਾਈਵ ਵਿਖਾ ਰਹੇ ਹਾਂ, ਜਿੱਥੇ ਕਾਰਵਾਈ ਵਿਧਾਨ ਸਭਾ ਦੀ ਜਾਰੀ ਹੈ। 11 ਵਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪਹਿਲਾ ਬਜਟ ਪੇਸ਼ ਕੀਤਾ ਜਾਏਗਾ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪਹਿਲਾ ਬਜਟ ਹੈ। ਹਰਪਾਲ ਚੀਮਾ ਖਜ਼ਾਨਾ ਮੰਤਰੀ, ਇੱਕ ਪਾਸੇ ਅਸੀਂ ਤਸਵੀਰ ਉਹਨਾਂ ਦੀ ਵੀ ਵਿਖਾ ਰਹੇ ਹਾਂ ਜਿੱਥੇ ਉਹ ਪੇਪਰਲੈਸ ਬਜਟ ਦਿਖਾ ਰਹੇ ਨੇ। ਅੱਜ ਦਾ ਜੋ ਬਜਟ ਪੇਸ਼ ਹੋਣਾ ਹੈ ਉਸ ਦੀਆਂ ਤਸਵੀਰਾਂ, ਅੱਜ ਬਜਟ ਪੇਸ਼ ਕੀਤਾ ਜਾਏਗਾ। ਲੋਕਾਂ ਨੇ ਉਮੀਦਾਂ ਬਹੁਤ ਲਗਾਈਆਂ ਨੇ, ਕਿਸਾਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ, ਉਮੀਦ ਲਗਾ ਰਹੇ ਨੇ ਕਿ ਕੋਈ ਨਾ ਕੋਈ ਰਾਹਤ ਉਹਨਾਂ ਨੂੰ ਦਿੱਤੀ ਜਾਏਗੀ, ਚਾਹੇ ਉਹ ਕਰਜ਼ ਮਾਫੀ ਦੀ ਗੱਲ ਹੋਏ ਜਾਂ ਫਿਰ ਖੇਤੀਬਾੜੀ ਦੀਆਂ ਕੋਈ ਹੋਰ ਸਕੀਮਾਂ ਹੋਣ। ਉਮੀਦ ਜਤਾਈ ਜਾ ਰਹੀ ਹੈ, ਲੇਕਿਨ ਬਜਟ ਦੇ ਵਿੱਚ ਜਦੋਂ ਪਿਟਾਰਾ ਖੁੱਲੇਗਾ ਤਾਂ ਕੀ ਕੁਝ ਮਿਲਦਾ ਹੈ ਇਸ ਤੇ ਨਜ਼ਰ ਬਣੀ ਹੋਈ ਹੈ। I have got information that he's coming. जी, बीबा नरिंदर कौर भरात जी। सर सवाल नंबर 66। सरदार हरभजन सिंह मानयोग बिजली मंत्री। ਮਾਨਯੋਗ ਸਪੀਕਰ ਸਾਹਿਬ, ਇਸ ਦਾ ਜਵਾਬ ਹਾਂ ਦੇ ਵਿੱਚ ਹੈ। ਜੇਕਰ ਕਿਸੇ ਖੇਤੀਬਾੜੀ ਬਿਜਲੀ ਟਿਊਬਵੈੱਲ ਖਪਤਕਾਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਟਿਊਬਵੈੱਲ ਕਨੈਕਸ਼ਨ ਉਸ ਦੇ ਵਾਰਸਾਂ ਦੇ ਨਾਮਕਰਨ ਸੰਬੰਧੀ ਸਪਲਾਈ ਕੋਡ 2014 ਦੀ ਧਾਰਾ 11.6.3 ਤੇ ਹਦਾਇਤਾਂ ਉਪਲਬਧ ਹਨ। ਇਸ ਸੰਬੰਧੀ ਵੇਰਵੇ ਅਨੁਲੱਗ ਉਹ ਨਾਲ ਨੱਥੀ ਹਨ। ਦੂਸਰਾ ਸਵਾਲ, 2017 ਤੋਂ ਲੈ ਕੇ ਅੱਜ ਤੱਕ ਮੌਤ ਉਪਰੰਤ ਖੇਤੀਬਾੜੀ ਬਿਜਲੀ ਟਿਊਬਵੈੱਲ ਖਪਤਕਾਰ ਦੇ ਨਾਮ ਬਦਲਣ ਦੀ ਸਥਿਤੀ ਇਸ ਪ੍ਰਕਾਰ ਹੈ। ਕੁੱਲ ਅਪਲਾਈ ਅਰਜ਼ੀਆਂ 31,801, ਕੁੱਲ ਤਬਦੀਲ ਕੀਤੇ ਕਨੈਕਸ਼ਨ 31,781, ਬਾਕੀ ਰਹਿੰਦੇ ਕਨੈਕਸ਼ਨ 20। ਤੀਸਰਾ ਸਵਾਲ, ਉਹਨਾਂ ਕੋਲ ਸਵਾਲ ਰਿਟਨ ਪਹੁੰਚ ਗਿਆ ਹੋਏਗਾ ਜੀ, ਤੁਸੀਂ ਜੇ ਉਹਨਾਂ ਸਪਲੀਮੈਂਟਰੀ ਲੈ ਲੈਣਗੇ, ਤੁਸੀਂ ਜੇ ਜਵਾਬ ਦੇਣਾ ਚਾਹੁੰਦੇ ਦੇ ਦਿਓ, ਵੈਸੇ ਤਾਂ ਉਹਨਾਂ ਨੂੰ ਲਿਖਤੀ ਤੌਰ ਤੇ ਚਲਾ ਗਿਆ। ਨਹੀਂ ਤੇ ਤਿੰਨ ਸਵਾਲ ਹੈ ਜੀ, ਤੀਸਰੇ ਦਾ ਵੀ ਮੈਂ ਜਵਾਬ ਦੇ ਲਵਾਂ। ਦੇ ਦਿਓ ਜੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 2017 ਤੋਂ ਲੈ ਕੇ ਹੁਣ ਤੱਕ ਟਿਊਬਵੈੱਲ ਕਨੈਕਸ਼ਨ ਫੀਸ ਦੇ ਰੂਪ ਵਿੱਚ ਕੁੱਲ ਮਾਲੀਆ 272.25 ਕਰੋੜ ਰੁਪਏ ਇਕੱਤਰ ਹੋਇਆ ਹੈ। ਬੀਬੀ ਨਰਿੰਦਰ ਕੌਰ। ਸਪੀਕਰ ਸਾਹਿਬ, ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ, ਤੁਸੀਂ ਸਮਾਂ ਦਿੱਤਾ। ਸੋ ਸਰ, ਇਹ ਜਿਹੜਾ ਸਵਾਲ ਹੈ ਇਹ ਇਕੱਲੇ ਹਲਕਾ ਸੰਗਰੂਰ ਦਾ ਹੀ ਨਹੀਂ ਹੈਗਾ, ਇਹ ਪੂਰੇ ਪੰਜਾਬ ਦੇ ਜਿਹੜੇ ਕਿਸਾਨਾਂ ਦਾ ਜਿਹੜਾ ਮਸਲਾ ਹੈਗਾ। ਸਰ, ਇਹਦੇ 'ਚ ਜਿਹੜਾ ਸਵਾਲ ਇਹ ਹੈ ਕਿ ਮੈਂ ਸਵਾਲ ਪੁੱਛਿਆ ਸੀ ਕਿ ਕਿਸੇ ਵਿਅਕਤੀ ਨੂੰ ਜਿਹਦੇ ਵਿੱਚ ਵਾਰਿਸ ਵੀ ਆ ਜਾਂਦੇ ਨੇ ਤੇ ਇਸ ਤੋਂ ਬਿਨਾਂ ਜਿਹੜੇ ਪ੍ਰਾਈਵੇਟ ਪਰਸਨ ਨੇ, ਜਿਹੜੇ ਅਦਰਸ ਆ ਜਾਂਦੇ ਨੇ, ਉਹ ਵੀ ਇਹਦੇ ਵਿੱਚ ਆ ਜਾਂਦੇ ਨੇ। ਸਰ, ਜਿਹੜਾ ਇਹਨੂੰ ਟ੍ਰਾਂਸਫਰ ਕਰਨ ਦੀ ਜਿਹੜੀ ਜੋ ਮੰਤਰੀ ਸਾਹਿਬ ਨੇ ਜਿਹੜਾ ਦਿੱਤਾ, ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੀ ਹਾਂ ਕਿ ਉਹ ਪ੍ਰੋਸੈਸ ਆ ਜਿਹੜਾ ਬਹੁਤ ਔਖਾ ਹੈ, ਸੋ ਉਹਨੂੰ ਕਰਨ ਬਹੁਤ ਔਖਾ ਹੋ ਜਾਂਦਾ। ਸੋ ਮੈਂ ਸੁਝਾਅ ਨਾਲ ਇਹ ਪੁੱਛਣਾ ਵੀ ਚਾਹੁੰਦੇ ਹਾਂ ਕਿ ਜਦੋਂ ਰਜਿਸਟਰੀ ਹੋ ਜਾਂਦੀ ਹੈ ਕਿਸੇ ਜ਼ਮੀਨ ਦੀ, ਤਾਂ ਜਿਹੜਾ ਟਿਊਬਵੈੱਲ ਕਨੈਕਸ਼ਨ ਨੂੰ ਜਿਹੜਾ ਟ੍ਰਾਂਸਫਰ ਕਰਨ ਦੇ ਲਈ ਜਿਹੜਾ ਇੰਨਾ ਔਖਾ ਜਿਹੜਾ ਪ੍ਰੋਸੀਜਰ ਹੈ, ਸੋ ਕੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇੱਦਾਂ ਦੀ ਜਿਹੜਾ ਪ੍ਰਪੋਜ਼ਲ ਹੈਗੀ ਹੈ ਇਹਨਾਂ ਦੇ ਕੋਲ ਕਿ ਇਹਨੂੰ ਜਿਹੜਾ ਸੌਖਾ ਕੀਤਾ ਜਾਵੇ, ਕਿਉਂਕਿ ਬਹੁਤ ਖੱਜਲ ਖੁਆਰੀ ਹੁੰਦੀ ਹੈ। ਮੇਰੇ ਹਲਕੇ ਦੇ ਮੇਰੇ ਕੋਲ ਕਾਫੀ ਕੇਸ ਆਏ ਨੇ। ਸੋ ਦੂਸਰਾ ਸਵਾਲ ਸਰ, ਇਹਦੇ ਨਾਲ ਮੈਂ ਹੋਰ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਟਿਊਬਵੈੱਲ ਕਨੈਕਸ਼ਨ ਟ੍ਰਾਂਸਫਰ ਕਰਨ ਦੀ ਜਿਹੜੀ ਪ੍ਰਤੀ ਕਨੈਕਸ਼ਨ ਜਿਹੜੀ ਕਿੰਨੀ ਫੀਸ ਹੈ ਜਿਹੜੀ ਉਹ ਲਈ ਜਾ ਰਹੀ ਹੈ? ਮੰਤਰੀ ਜੀ, ਜਿਹੜੀ ਖੱਜਲ ਖੁਆਰੀ ਹੁੰਦੀ ਹੈ ਟ੍ਰਾਂਸਫਰ ਕਰਾਉਣ ਵਾਸਤੇ ਟਿਊਬਵੈੱਲ ਕਨੈਕਸ਼ਨ, ਉਹਨੂੰ ਸਿੰਪਲੀਫਾਈ ਕਰਨ ਲਈ ਕੋਈ ਤੁਹਾਡੇ ਕੋਲ ਤਜਵੀਜ਼ ਹੈ? ਸਪਲਾਈ ਕੋਡ 2014 ਦੀ ਧਾਰਾ 11.6.3 ਦੇ ਹਦਾਇਤਾਂ ਉਪਲਬਧ ਹਨ। ਇਸ ਸੰਬੰਧੀ ਅਨੁਲੱਗ ਉਹ ਨਾਲ ਨੱਥੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਪ੍ਰਕਿਰਿਆ ਨੂੰ ਸਰਲ ਕਰਨ ਤੇ ਅਸੀਂ ਜ਼ਰੂਰ ਗੰਭੀਰਤਾ ਨਾਲ ਵਿਚਾਰ ਕਰਾਂਗੇ। ਇੱਕ ਮਿੰਟ ਗਿੱਲ ਸਾਹਿਬ, ਬੀਬੀ ਜੀ ਦਾ ਕੁਐਸਚਨ ਹੈ ਜੀ। ਸਰ, ਮੈਂ ਦੇਖ ਚੁੱਕੀ ਹਾਂ ਜਿਹੜੇ ਦਿੱਤੇ ਗਏ ਨੇ, ਜੋ ਹਦਾਇਤਾਂ ਦਿੱਤੀਆਂ ਗਈਆਂ ਨੇ, ਪਰ ਇੱਕ ਤਾਂ ਹਦਾਇਤਾਂ ਉਹਨਾਂ ਨੂੰ ਪੂਰਾ ਕਰਨਾ ਬਹੁਤ ਔਖਾ ਹੈ, ਤੇ ਦੂਸਰੀ ਗੱਲ ਸਰ, ਇਹ ਜਿਹੜੀ ਵਾਰਸਾਂ ਦੇ ਲਈ ਦਿੱਤੀ ਗਈ ਹੈ, ਜਿਹੜੇ ਆਦਰਸ ਨੇ ਉਹਨਾਂ ਦੇ ਲਈ ਜਿਹੜਾ ਪ੍ਰੋਸੀਜਰ ਇਹਨੂੰ ਫੋਲੋ ਕਰਨਾ ਜਿਹੜਾ ਕਿਤੇ ਵੀ ਸੰਭਵ ਨਹੀਂ। ਅੱਜ ਬਹੁਤ ਸਾਰੇ ਕੋਰਟ ਕੇਸ ਚੱਲ ਰਹੇ ਨੇ ਜਿਨ੍ਹਾਂ ਦਾ ਰੌਲੇ ਚੱਲ ਰਹੇ ਨੇ ਕਿ ਕਨੈਕਸ਼ਨ ਜਿਹੜੇ ਨਾਮ ਨਹੀਂ ਹੋ ਰਹੇ। ਮੇਰੇ ਹਲਕੇ ਦੇ ਜਿਹੜੇ ਮੈਂ ਉਹ ਕੇਸ ਜਿਹੜੇ ਮੰਤਰੀ ਸਾਹਿਬ ਨੂੰ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਦੇ ਦੇਣਾ ਚਾਹੁੰਦੀ ਹਾਂ। ਮੰਤਰੀ ਜੀ, ਬੀਬਾ ਜੀ ਇਹ ਕਹਿਣਾ ਚਾਹ ਰਹੇ ਕਿ ਜਦੋਂ ਜ਼ਮੀਨ ਅੱਗੇ ਵਿਕ ਜਾਂਦੀ ਹੈ ਤਾਂ ਉਸ ਹਾਲਾਤ ਦੇ ਵਿੱਚ ਕਨੈਕਸ਼ਨ ਟ੍ਰਾਂਸਫਰ ਕਰਨ ਲਈ ਜਿਹੜੀ ਪ੍ਰੋਸੈਸ ਉਹਨੂੰ ਸਿੰਪਲੀਫਾਈ ਕਰਨ ਦਾ ਤੁਹਾਡੇ ਕੋਲ ਕੋਈ ਤਜਵੀਜ਼ ਹੈ? ਮੰਤਰੀ ਜੀ। ਜੀ ਸਪੀਕਰ ਸਾਹਿਬ, ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ
ਕਿ ਹੁਣ ਤੱਕ ਜੋ ਪ੍ਰੋਸੀਜਰ ਨੇ ਉਹ ਸਪਲਾਈ ਕੋਡ ਵਿੱਚ ਹਨ, ਇਹਨਾਂ ਨੂੰ ਸਰਲ ਕਰਨ ਤੇ ਤਾਂ ਕਿ ਕਿਸੇ ਵੀ ਖਪਤਕਾਰ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਬਾਰੇ ਅਸੀਂ ਇਸ ਪ੍ਰੋਸੀਜਰ ਨੂੰ ਜ਼ਰੂਰ ਸਰਲ ਕਰਾਂਗੇ। ਧੰਨਵਾਦ ਜੀ, ਧੰਨਵਾਦ। ਬੀਬਾ ਮਾਨ ਜੀ। ਜੀ ਸਰ, ਮੈਂ ਤੁਹਾਡੇ ਮਾਧਿਅਮ ਰਾਹੀਂ ਮੰਤਰੀ ਸਾਹਿਬ ਕੋਲੋਂ ਇਸੇ ਸੰਬੰਧ ਦੇ ਵਿੱਚ ਇੱਕ ਕੁਐਸਚਨ ਮੈਂ ਪੁੱਛਣਾ ਚਾਹੁੰਦੀ ਕਿ ਵੀ ਜਿਹੜੀਆਂ ਸਾਡੀਆਂ ਪੰਚਾਇਤ ਲੈਂਡਸ ਨੇ ਉਹਨਾਂ ਦੀ ਆਮਦਨ ਦਾ ਸੋਰਸ ਵੀ ਵਧਾਉਣ ਵਾਸਤੇ ਉਹਨਾਂ ਜ਼ਮੀਨਾਂ ਵਾਸਤੇ ਕੋਈ ਪਾਰਟਿਕੂਲਰ ਕਨੈਕਸ਼ਨ ਲੈਣ ਵਾਸਤੇ ਕੋਈ ਕੋਟਾ ਸਰਕਾਰ ਦਾ ਅਲੱਗ ਤੋਂ ਰੱਖਿਆ ਹੁੰਦਾ ਜੀ? ਜੇ ਬਹੁਤ ਜ਼ਰੂਰਤ ਹੈ ਇਸ ਵੇਲੇ ਜ਼ਮੀਨਾਂ ਜਿਹੜੀਆਂ ਪੰਚਾਇਤੀ ਉਹਨਾਂ ਕੋਲ ਪਾਣੀ ਨਹੀਂ ਹੈ ਔਰ ਉਹ ਅੱਧੇ ਭਾਅ ਦੇ ਉੱਤੇ ਜ਼ਮੀਨਾਂ ਜਿਹੜੀਆਂ ਠੇਕੇ ਚੜ੍ਹਦੀਆਂ, ਇਹਦੇ ਤੇ ਜ਼ਰੂਰ ਵਿਚਾਰ। ਬੀਬੀ ਜੀ ਵੱਖਰਾ ਸਵਾਲ ਬਣਦਾ। ਗਿੱਲ ਸਾਹਿਬ। ਗਿੱਲ ਸਾਹਿਬ ਜੀ, ਮੈਂ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ, ਜਿਹੜਾ ਸੁਝਾਅ ਦੇ ਰੂਪ ਵਿੱਚ ਵੀ ਹੈ, ਜਦੋਂ ਕਿਸੇ ਵੀ ਜ਼ਮੀਨ ਦੀ ਟ੍ਰਾਂਸਫਰ ਹੁੰਦੀ ਹੈ, ਬੇਸ਼ੱਕ ਉਹ ਮੌਰਟਗੇਜ ਹੋਵੇ, ਬੇਸ਼ੱਕ ਸੇਲ ਹੋਵੇ, ਬਿੱਲ ਹੋਵੇ, ਗਿਫਟ ਹੋਵੇ, ਉਸ ਦੇ ਵਿੱਚ ਸਭ ਕੁਝ ਦਰਜ ਹੁੰਦਾ ਹੈ ਕਿ ਮੈਂ ਆਪਣੇ ਸਾਰੇ ਰਾਈਟ, ਖਾਲ, ਪਹੀ, ਦਰਖਤ ਔਰ ਟਿਊਬਵੈੱਲ ਕਨੈਕਸ਼ਨ ਇਸ ਨੂੰ ਟ੍ਰਾਂਸਫਰ ਕਰਦਾ। ਕਿਉਂ ਨਾ ਸਿੰਪਲ ਇੱਕ ਚਿੱਠੀ ਜਾਰੀ ਕੀਤੀ ਜਾਵੇ ਡਿਪਾਰਟਮੈਂਟ ਵੱਲੋਂ ਕਿ ਉਹ ਜਿਹੜੇ ਰਜਿਸਟਰੀ ਦੇ ਵਿੱਚ ਦਰਜ ਉਸ ਦੇ ਰਾਈਟਸ ਜਿਹੜੇ ਉਹਨੇ ਲਿੰਗਿਸ਼ ਕਰਤੇ, ਉਹ ਆਟੋਮੈਟਿਕਲੀ ਜਿਹੜੇ ਕਨੈਕਸ਼ਨ ਹੈ ਉਹਨਾਂ ਦੇ ਨਾਲ ਟ੍ਰਾਂਸਫਰ ਹੋਣ, ਜਿਹਦੇ ਨਾਲ ਕਿਸਾਨਾਂ ਦੀ ਖੱਜਲ ਖੁਆਰੀ ਵੀ ਬਚੇਗੀ, ਸਰਕਾਰ ਦਾ ਸਮਾਂ ਵੀ ਬਚੂਗਾ ਔਰ ਉਸ ਦੀ ਇੱਕ ਪਾਰਟੀਕੂਲਰ ਟ੍ਰਾਂਸਫਰ ਫੀਸ ਰੱਖ ਦਿੱਤੀ ਜਾਵੇ। ਔਰ ਜਿੱਥੇ ਸਕਸੈਸ਼ਨ ਦਾ ਸਵਾਲ ਹੈ, ਉੱਥੇ ਸਕਸੈਸ਼ਨ ਸਰਟੀਫਿਕੇਟ ਜਾਂ ਵਿਰਾਸਤ ਇੰਤਕਾਲ ਦੇ ਕੇ ਉਹਨਾਂ ਦੇ ਮੁਤਾਬਕ ਜਿਹੜਾ ਹੈ ਤੁਰੰਤ ਉਹਦੀ ਟ੍ਰਾਂਸਫਰ ਕੀਤੀ ਜਾਣੀ ਚਾਹੀਦੀ ਹੈ। ਮੈਂ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਇਹ ਸਰਕਾਰ ਦੇ ਵਿਚਾਰ ਅਧੀਨ ਹੈ? ਜੀ ਮੰਤਰੀ ਜੀ, ਕੋਈ ਟ੍ਰਾਂਸਫਰ ਫੀਸ ਲਾ ਕੇ ਪ੍ਰੋਸੈਸ ਨੂੰ ਸਿੰਪਲੀਫਾਈ ਕਰਨ ਦਾ ਇਰਾਦਾ ਰੱਖਦੀ ਹੈ ਸਰਕਾਰ? ਮਾਨਯੋਗ ਸਪੀਕਰ ਸਾਹਿਬ, ਸਾਡੀ ਸਰਕਾਰ ਪੂਰੀ ਤਰ੍ਹਾਂ ਪਬਲਿਕ ਇੰਟਰਸਟ ਦੇ ਵਿੱਚ ਕੰਮ ਕਰ ਰਹੀ ਆ। ਪਬਲਿਕ ਇੰਟਰਸਟ ਦੇ ਵਿੱਚ ਕੰਮ ਕਰਨਾ ਹੈ। ਸਾਨੂੰ ਪਤਾ ਹੈ ਕਿ ਖਪਤਕਾਰਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਖਪਤਕਾਰ ਆਪਣੇ ਕਨੈਕਸ਼ਨ ਟ੍ਰਾਂਸਫਰ ਕਰਵਾਉਂਦੇ ਹਨ। ਸੋ ਸਾਡੇ ਵਿਚਾਰ ਅਧੀਨ ਹੈ ਕਿ ਅਸੀਂ ਇਸ ਪਾਲਿਸੀ ਨੂੰ ਸਰਲ ਕਰ ਦਈਏ ਤਾਂ ਕਿ ਲੋਕਾਂ ਨੂੰ, ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਧੰਨਵਾਦ ਜੀ। ਸਰਦਾਰ ਗੁਰਲਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਪੀਕਰ ਸਾਹਿਬ। ਸਤਿ ਸ਼੍ਰੀ ਅਕਾਲ। ਇਸੇ ਸਵਾਲ ਦੇ ਨਾਲ ਇਹ ਕਿ ਮੇਰੇ ਇਲਾਕੇ ਦੇ ਵਿੱਚ ਨਾ 5 ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਅਕਵਾਇਰ ਹੋ ਗਈ ਹੈ, ਉਹਨਾਂ ਦੇ ਕਨੈਕਸ਼ਨ ਟ੍ਰਾਂਸਫਰ ਦੀ ਵੀ ਜਿਹੜੀ ਬਹੁਤ ਵੱਡੀ ਦਿੱਕਤ ਆ ਰਹੀ ਹੈ। ਤੇ ਦੂਸਰੀ, ਮੇਰਾ ਇਲਾਕਾ ਜਿਹੜਾ ਘੱਗਰ ਦਾ ਇਲਾਕਾ, ਹੜ੍ਹਾਂ ਦੀ ਮਾਰ ਚੱਲਦਾ, ਹਲਕਾ ਘਨੌਰ, ਉਹਦੇ ਵਿੱਚ ਆਪਾਂ ਇੱਕ ਪਾਸੇ ਇੱਕ ਲੈ ਕੇ ਚੱਲ ਰਹੇ ਕਿ ਆਪਾਂ ਧਰਤੀ ਹੇਠਲਾ ਪਾਣੀ ਜਿਹੜਾ ਘੱਟ ਤੋਂ ਘੱਟ ਕੱਢਣਾ। ਮੈਂ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਕਿ ਘੱਗਰ ਦੇ ਇਲਾਕੇ ਤੇ ਜਿਹੜੇ ਲੋਕ ਘੱਗਰ ਦੇ ਵਿੱਚੋਂ ਪਾਣੀ ਕੱਢਦੇ ਨੇ ਜਾਂ ਨਾਲਿਆਂ ਦੇ ਵਿੱਚੋਂ ਪਾਣੀ ਕੱਢਦੇ ਨੇ ਸਿੰਚਾਈ ਦੇ ਰੂਪ ਦੇ ਵਿੱਚ, ਮੈਨੂੰ ਲੱਗਦਾ ਕਿ ਉਹਨਾਂ ਨੂੰ ਕਨੈਕਸ਼ਨਾਂ ਦੇ ਵਿੱਚ ਆਪਾਂ ਨੂੰ ਪਹਿਲ ਦੇਣੀ ਚਾਹੀਦੀ ਹੈ, ਕਿਉਂਕਿ ਕਿਤੇ ਨਾ ਕਿਤੇ ਉਹ ਧਰਤੀ ਹੇਠਲਾ ਪਾਣੀ ਵੀ ਆਪਣਾ ਬਚਾ ਰਹੇ ਨੇ। ਧੰਨਵਾਦ ਜੀ। ਸਵਾਲ ਕੀ ਕੀਤਾ ਜੀ? ਸਵਾਲ ਇਹ ਸੀਗਾ ਜੀ, ਜਿਹੜੀਆਂ ਅਕਵਾਇਰ ਹੋਈਆਂ ਜ਼ਮੀਨਾਂ ਨੇ ਉਹਨਾਂ ਦੇ ਕਨੈਕਸ਼ਨਾਂ ਨੂੰ ਜਲਦੀ ਜਿਹੜਾ ਟ੍ਰਾਂਸਫਰ ਕਰਕੇ ਉਹਨਾਂ ਦੀਆਂ ਨਿੱਜੀ ਜ਼ਮੀਨਾਂ ਦੇ ਵਿੱਚ ਕੀਤਾ ਜਾਵੇ, ਤੇ ਦੂਸਰਾ ਘੱਗਰ ਦੇ ਕੰਢੇ ਦੇ ਉੱਤੇ ਵਸ ਰਹੇ ਲੋਕਾਂ ਨੂੰ ਕਨੈਕਸ਼ਨ ਜਿਹੜੇ ਉਹ ਪਹਿਲ ਦੇ ਆਧਾਰ ਤੇ ਦਿੱਤੇ ਜਾਣ। ਕੀ ਜਿਹੜੀਆਂ ਅਕਵਾਇਰ ਹੋਈਆਂ ਜ਼ਮੀਨਾਂ ਉਹਨਾਂ ਲਈ ਕੋਈ ਵੱਖਰੀ ਸਿੰਪਲੀਫਾਈਡ ਪ੍ਰੋਸੈਸ ਹੋ ਸਕਦੀ ਹੈ ਕਨੈਕਸ਼ਨ ਟ੍ਰਾਂਸਫਰ ਕਰਨ ਵਾਸਤੇ ਮੰਤਰੀ ਜੀ? ਬਿਲਕੁਲ ਜੀ, ਇਸ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ ਕਿ ਘੱਗਰ ਦੇ ਇਲਾਕੇ ਵਿੱਚ ਕੋਈ ਸਰਲ ਨੀਤੀ ਜਿਹੜੀ ਆ ਉਹ ਦੇ ਦਿੱਤੀ ਜਾਵੇ। ਧੰਨਵਾਦ ਜੀ। ਸ਼੍ਰੀ ਨਰੇਸ਼ ਕਟਾਰੀਆ ਜੀ। ਮਾਨਯੋਗ ਸਪੀਕਰ ਸਾਹਿਬ, 301 ਨੰਬਰ ਸਵਾਲ। ਠੀਕ। ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ। ਨਹੀਂ ਜੀ ਸਰ, ਇਦਾਂ ਦਾ ਨਾ ਤਾਂ ਸਾਡੇ ਕੋਲ ਕੋਈ ਪ੍ਰਪੋਜ਼ਲ ਆਇਆ ਤੇ ਮੈਂਬਰ ਸਾਹਿਬ ਨੂੰ ਮੈਂ ਦੱਸਣਾ ਚਾਹਣਾ, ਨਾ ਹੀ ਸਾਡੇ ਕੋਲ ਹਜੇ ਜਿਹੜੇ ਕੋਈ ਫੰਡਸ ਆ ਉਹ ਉਪਲਬਧ ਨੇ। ਧੰਨਵਾਦ ਜੀ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਸਾਡੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਕਿ ਜਿਹੜੇ ਮਾਈਕ ਨੇ ਬੜੇ ਸੈਂਸਿਟਿਵ ਨੇ, ਝੁਕਣ ਦੀ ਲੋੜ ਨਹੀਂ ਹੈ, ਤੁਸੀਂ ਸਿੱਧੇ ਰਹਿ ਕੇ ਵੀ ਬੋਲ ਸਕਦੇ ਹੋ ਜੀ। ਮਾਨਯੋਗ ਸਪੀਕਰ ਸਾਹਿਬ, ਸਾਡਾ ਮੱਲਾਂਵਾਲਾ ਨਗਰ ਜਿਹੜਾ ਵਾ ਇਹ ਜੀਰੇ ਹਲਕੇ ਦੇ ਵਿੱਚੋਂ ਸਭ ਤੋਂ ਪਛੜਿਆ ਹੋਇਆ। ਇੱਥੇ ਕੋਈ ਗਰਾਊਂਡ ਨਹੀਂ ਹੈਗੀ। ਅਸੀਂ ਚਾਹੁੰਦੇ ਹਾਂ, ਅੱਜ ਕੱਲ ਬੱਚੇ ਜਿਹੜੇ ਆ ਉਹ ਨਸ਼ਿਆਂ ਵਾਲੇ ਪਾਸੇ ਵੱਧਦੇ ਜਾ ਰਹੇ ਆ।
ਨਸ਼ਿਆਂ ਤੋਂ ਬਚਾਉਣ ਵਾਸਤੇ ਸਭ ਤੋਂ ਵੱਡਾ ਉਪਰਾਲਾ ਸਟੇਡੀਅਮ ਬਣ ਹਰ ਪਿੰਡ ਦੇ ਵਿੱਚ। ਇਸ ਕਰਕੇ ਮੇਰੀ ਬੇਨਤੀ ਹੈ, ਬੇਨਤੀ ਨਹੀਂ, ਤੁਸੀਂ ਤੇ ਸਵਾਲ ਸਪੀਕਰ ਸਾਹਿਬ ਪੁੱਛਣਾ ਜੀ। ਮੈਂ ਨਾ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ, ਮੈਂ ਕੋਈ ਇਹਦਾ ਟਾਈਮ ਬਾਉਂਡ ਕੀਤਾ ਜਾਵੇ। ਟਾਈਮ ਬਾਉਂਡ ਕਰੋਗੇ ਮੰਤਰੀ ਜੀ? ਸਪੀਕਰ ਸਾਹਿਬ, ਮੈਂ ਪਰਸੋਂ ਵੀ ਇੱਕ ਸਵਾਲ ਦੇ ਜਵਾਬ 'ਚ ਕਿਹਾ ਸੀਗਾ ਕਿ ਅੱਜ ਜ਼ਰੂਰਤ ਹੈ ਕਿ ਪੰਜਾਬ 'ਚ, ਕਿਉਂਕਿ ਜੋ ਮੈਂਬਰ ਸਾਹਿਬ ਨੇ ਵੀ ਕਿਹਾ ਵੀ ਸਾਡੇ ਉੱਥੇ ਗਰਾਊਂਡ ਹੈ, ਪਰ ਇਹਨਾਂ ਨੇ ਜਿਹੜਾ ਸਵਾਲ ਉਹ ਸਟੇਡੀਅਮ ਦਾ ਲਾਇਆ ਸੀ ਕਿ ਸਟੇਡੀਅਮ ਦੀ ਜਗ੍ਹਾ, ਇਹ ਆਲੀ ਸਾਹਿਬ ਨੇ ਵੀ ਉਸ ਦਿਨ ਜ਼ਿਕਰ ਕੀਤਾ ਸੀ ਕਿ ਪੰਜਾਬ 'ਚ ਗਰਾਊਂਡ ਹੈ ਜਿਹੜੇ ਉਹ ਬਣਾਏ ਜਾਣ। ਅਸੀਂ ਮੱਲਾ ਪਿੰਡ ਕੀ ਸੀ ਤਾਂ ਚਾਹੁੰਦੇ ਹਾਂ ਵੀ ਪੰਜਾਬ ਦੇ ਹਰ ਪਿੰਡ ਦੇ ਵਿੱਚ ਗਰਾਊਂਡ ਹੋਵੇ। ਇਹ ਮੱਲਾ ਪਿੰਡ ਦੀ ਗੱਲ ਕਰਦੇ ਆ ਮਾਨਯੋਗ ਮੈਂਬਰ ਸਾਹਿਬ। ਜੇ ਪਿੰਡ ਦੇ ਵਿੱਚ ਜ਼ਮੀਨ ਹੈ ਪੰਚਾਇਤੀ ਜਾਂ ਹੋਰ ਕੋਈ ਵੀ ਜ਼ਮੀਨ ਤੁਸੀਂ ਪ੍ਰੋਵਾਈਡ ਕਰਵਾ ਸਕਦੇ ਹੋ, ਤੁਸੀਂ ਜ਼ਮੀਨ ਪ੍ਰੋਵਾਈਡ ਕਰਵਾ ਦਿਓ, ਅਸੀਂ ਉੱਥੇ ਜਿਹੜਾ ਗਰਾਊਂਡ ਹੈ ਉਹ ਜ਼ਰੂਰ ਜਿਹੜਾ ਬਣਾ ਦੇਵਾਂਗੇ। ਧੰਨਵਾਦ ਜੀ। ਜੀ ਕਟਾਰੀਆ ਜੀ। ਮਾਨਯੋਗ ਸਪੀਕਰ ਸਾਹਿਬ, ਗਰਾਊਂਡ ਵਾਸਤੇ ਜ਼ਮੀਨ ਹੈ, ਪ੍ਰੋਵਾਈਡ ਕਰਵਾ ਕੇ ਦੇਵਾਂਗੇ। ਥੈਂਕ ਯੂ ਜੀ, ਥੈਂਕ ਯੂ। ਮੇਰਾ ਖਿਆਲ ਆਪਾਂ ਗੁਰਲਾਲ ਸਿੰਘ ਨੂੰ ਇਸ ਕੁਐਸਚਨ ਦੇ ਸਪਲੀਮੈਂਟਰੀ ਦੇ ਦਈਏ, ਇੰਟਰਨੈਸ਼ਨਲ ਪਲੇਅਰ ਰਹੇ ਨੇ ਜੀ। ਧੰਨਵਾਦ ਜੀ। ਮੈਂ ਬਿਲਕੁਲ ਮੰਤਰੀ ਸਾਹਿਬ ਦੀ ਮੀਤ ਹੇਅਰ ਜੀ ਦੀ ਗੱਲ ਨਾਲ ਸਹਿਮਤ ਹਾਂ, ਕਿਉਂਕਿ ਮੈਂ 20 ਸਾਲ 22 ਸਾਲ ਸਾਰਾ ਕੁਝ ਆਪਣੇ ਉੱਤੇ ਹੰਢਾਇਆ। ਪ੍ਰਗਟ ਸਿੰਘ ਜੀ ਸਾਹਮਣੇ ਬੈਠੇ ਨੇ, ਸਮਾਈਲ ਦੇ ਰਹੇ ਨੇ, ਉਹਨਾਂ ਨੇ ਵੀ ਬਹੁਤ ਕੁਝ ਆਪਣੇ ਉੱਤੇ ਹੰਢਾਇਆ। ਆਪਾਂ ਨੂੰ ਵੱਧ ਤੋਂ ਵੱਧ ਗਰਾਊਂਡਾਂ ਬਣਾਉਣੀਆਂ ਚਾਹੀਦੀਆਂ ਨੇ ਕਿ ਬੱਚੇ ਗਰਾਊਂਡ ਤੱਕ ਪਹੁੰਚ ਸਕਣ। ਪੰਚਾਇਤਾਂ ਨੂੰ ਵੀ, ਇਲਾਕੇ ਦੇ ਮੋਹਤਬਰ ਸੱਜਣਾਂ ਨੂੰ ਵੀ, ਤੇ ਮੀਤ ਹੇਅਰ ਜੀ ਦੀ ਸੋਚ ਜਿਹੜੀ ਬਿਲਕੁਲ ਵਧੀਆ ਕਿ ਆਪਾਂ ਗਰਾਊਂਡਾਂ ਦੇ ਲਈ ਪੰਚਾਇਤੀ ਜ਼ਮੀਨਾਂ ਆਪਣੇ ਕੋਲ 1 ਏਕੜ 2 ਏਕੜ ਪਈਆਂ, ਤੇ ਵੱਧ ਤੋਂ ਵੱਧ ਮੈਂ ਮੀਤ ਹੇਅਰ ਜੀ ਨੂੰ ਬੇਨਤੀ ਕਰਦਾ ਕਿ ਕੋਈ ਇਹੋ ਜਿਹੀ ਪਾਲਿਸੀ ਬਣਾਈ ਜਾਵੇ ਕਿ ਜਿਹੜਾ ਵੀ ਐਮਐਲਏ ਸਾਹਿਬਾਨ ਵੱਧ ਤੋਂ ਵੱਧ ਗਰਾਊਂਡਾਂ ਬਣਾਏਗਾ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਗ੍ਰਾਂਟ ਦਿੱਤੀ ਜਾਏਗੀ। ਤੇ ਮੈਂ ਅੱਜ ਹੀ ਕਹਿਣਾ ਮੀਤ ਜੀ ਨੂੰ ਕਿ ਮੇਰੇ ਕੋਲੇ 10-12 ਪਿੰਡਾਂ ਦੀਆਂ ਗਰਾਊਂਡਾਂ ਜਿਹੜੀਆਂ ਰੇਡੀ ਪਈਆਂ ਨੇ, ਜਦੋਂ ਮਰਜ਼ੀ ਆ ਜਾਓ, ਚੈੱਕ ਕਰ ਲਓ। ਉਹ ਬੱਚੇ ਖੇਡਣ ਦੇ ਲਈ ਰੇੜੇ ਨੇ। ਮੈਂ ਅੱਜ ਸਵੇਰੇ ਆਪਣੀ ਟੀਮ ਨੂੰ ਗੱਡੀ ਦੇ ਵਿੱਚ ਆਉਂਦੀ ਵਾਰੀ ਕਹਿ ਕੇ ਆਇਆ ਕਿ ਆਪਾਂ 1 ਮਹੀਨੇ ਦੇ ਵਿੱਚ 10 ਗਰਾਊਂਡਾਂ ਜਿਹੜੀਆਂ ਚੱਲਦੀਆਂ ਕਰਨੀਆਂ। ਸੋ ਧੰਨਵਾਦ ਮੀਤ ਜੀ, ਤੁਹਾਡੀ ਜਿਹੜੀ ਸੋਚ ਆ ਬੜੀ ਵਧੀਆ। ਆਪਾਂ ਗਰਾਊਂਡਾਂ ਜ਼ਿਆਦਾ ਬਣਾਉਣੀਆਂ, ਆਪਾਂ ਕੰਸਟਰਕਸ਼ਨ ਜ਼ਿਆਦਾ ਜਿਹੜੀ ਘੱਟ ਤੋਂ ਘੱਟ, ਆਪਾਂ ਬਿਲਡਿੰਗਾਂ ਦਾ ਜਿਹੜਾ ਧਿਆਨ ਦੇਣ ਦੀ ਬਜਾਏ ਆਪਾਂ ਆਪਣੇ ਯੂਥ ਦੇ ਉੱਤੇ, ਖੇਡਾਂ ਦੇ ਉੱਤੇ, ਉਹਨਾਂ ਨੂੰ ਗਰਾਊਂਡ ਦੇ ਵਿੱਚ ਕਿਵੇਂ ਲੈ ਕੇ ਜਾਣਾ, ਆਪਾਂ ਇੱਥੇ ਧਿਆਨ ਦਈਏ। ਧੰਨਵਾਦ ਜੀ, ਬਹੁਤ ਬਹੁਤ ਜੀ। ਕੀ ਕੋਈ ਵੱਖਰੀ ਪਾਲਿਸੀ ਬਣਾ ਰਹੇ ਹੋ ਮੰਤਰੀ ਸਾਹਿਬ? ਸਰ, ਬੜਾ ਗੁਰਲਾਲ ਜੀ ਬੜੇ ਵੱਡੇ ਇੰਟਰਨੈਸ਼ਨਲ ਪਲੇਅਰ ਰਹੇ ਆ। ਇਹਨਾਂ ਦੇ ਦਿਲ 'ਚ ਇਹ ਦਰਦ ਵੀ ਹੈ ਕਿ ਅੱਜ ਪੰਜਾਬ ਜਿਹੜਾ ਖੇਡਾਂ 'ਚੋਂ ਬਹੁਤ ਜ਼ਿਆਦਾ ਪਛੜ ਚੁੱਕਿਆ। ਹੁਣ ਖੇਲੋ ਇੰਡੀਆ 'ਚ ਵੀ ਅਸੀਂ ਬਹੁਤ ਮਤਲਬ ਕਿ ਕਿਤੇ ਪੰਜਾਬ 2004-05 ਤੱਕ, ਜੇ ਮੈਂ ਗਲਤ ਨਹੀਂ ਤਾਂ ਪ੍ਰਗਟ ਸਿੰਘ ਜੀ ਬੈਠੇ ਆ, ਪਹਿਲੇ ਨੰਬਰ ਤੇ ਰਹਿੰਦਾ ਸੀ, ਤੇ ਅੱਜ ਅਸੀਂ ਬਹੁਤ, ਮੈਂ ਸਮਝਦਾ ਕਿ ਪਛੜ ਚੁੱਕੇ ਹਾਂ। ਸੋ ਇਹਦਾ ਕਾਰਨ ਇਹੀ ਹੈ ਕਿ ਪੰਜਾਬ 'ਚ ਜਿਹੜਾ ਸਪੋਰਟਸ ਕਲਚਰ ਸੀ ਉਹ ਖਤਮ ਹੋ ਚੁੱਕਿਆ। ਸੋ ਅੱਜ ਜ਼ਰੂਰਤ ਹੈ ਕਿ ਸਪੋਰਟਸ ਕਲਚਰ ਨੂੰ ਜਿਹੜਾ ਰਿਵਾਈਵ ਕੀਤਾ ਜਾਵੇ, ਤੇ ਉਹਦੇ ਲਈ ਇਹੀ ਜੋ ਮੈਂ ਪਰਸੋਂ ਵੀ ਕਿਹਾ ਸੀ ਕਿ ਸਾਰੇ, ਕਿਉਂਕਿ ਅਸੀਂ ਸਾਰੇ ਇੱਥੇ ਮਾਨਯੋਗ ਮੈਂਬਰ ਸਾਹਿਬ ਬੈਠੇ ਹਾਂ, ਸਾਨੂੰ ਸਾਰਿਆਂ ਨੂੰ ਹੀ ਇਹ ਹੰਭਲਾ ਮਾਰਨਾ ਚਾਹੀਦਾ, ਚਾਹੇ ਆਪੋਜੀਸ਼ਨ ਦੇ ਸਾਡੇ ਸਾਥੀ ਆ, ਚਾਹੇ ਜਿਹੜੇ ਸਰਕਾਰ ਧਿਰ 'ਚ ਬੈਠੇ ਆ, ਕਿ ਅਸੀਂ ਸਾਰੇ ਆਪਣੇ ਹਲਕਿਆਂ 'ਚ ਵੱਧ ਤੋਂ ਵੱਧ ਜਿਹੜੇ ਪੰਚਾਇਤਾਂ ਦੇ ਨਾਲ ਗੱਲ ਕਰਕੇ ਉਹਨਾਂ ਤੋਂ ਜ਼ਮੀਨਾਂ ਲੈ ਕੇ ਉੱਥੇ ਜਿਹੜੇ ਗਰਾਊਂਡ ਆ ਉਹ ਤਿਆਰ ਕਰ ਸਕੀਏ। ਆਲੀ ਸਾਹਿਬ ਬੈਠੇ ਆ, ਮੈਨੂੰ ਲੱਗਦਾ ਨਹੀਂ ਵੀ ਜੇ ਅਸੀਂ ਗਰਾਊਂਡ ਤਿਆਰ ਕਰਨੇ ਆ, ਜੇ ਅਸੀਂ ਉੱਥੇ ਪੌੜੀਆਂ ਨਹੀਂ ਬਣਾਉਣੀਆਂ, ਕਮਰੇ ਬਹੁਤੇ ਨਹੀਂ ਬਣਾਉਣੇ, ਠੀਕ ਹੈ, ਵਾਸ਼ਰੂਮ ਚਾਹੀਦਾ, ਇੱਕ ਅੱਧਾ ਕਮਰਾ ਚਾਹੀਦਾ, ਬਣਾ ਦਈਏ, ਕਿ ਉੱਥੇ ਕੋਈ ਬਹੁਤਾ ਜਿਹੜਾ ਖਰਚਾ ਉਹ ਆਊਗਾ। ਸਿਰਫ ਜ਼ਰੂਰਤ ਹੈ ਤਾਂ ਇੱਛਾ ਸ਼ਕਤੀ ਦੀ। ਸਰਕਾਰ 100% ਇਸ ਲਈ ਕਮਿਟਡ ਹੈ। ਸੀਐਮ ਸਾਹਿਬ ਨੇ ਕਿਹਾ ਕਿ ਜਿਹੜੇ ਗਰਾਊਂਡ ਨੇ ਹਰ ਹਲਕੇ 'ਚ ਜਿੱਥੇ ਵੀ ਪੰਚਾਇਤੀ ਜ਼ਮੀਨ ਹੈ, ਹਰ ਕਿਤੇ ਜਿਹੜੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੂਗੀ। ਇਕੱਲੇ ਗਰਾਊਂਡ ਨਹੀਂ, ਇਸ ਤੋਂ ਇਲਾਵਾ ਵੀ, ਕਿਉਂਕਿ ਸਰ ਮੈਂ ਹੁਣ ਬੜੇ ਜਗ੍ਹਾ ਤੇ ਕਈ ਜਿਹੜੇ ਹੋਸਟਲ ਹੈ ਮੈਂ ਉੱਥੇ ਵਿਜ਼ਿਟ ਕਰਕੇ ਆਇਆ, ਮੈਂ ਦੇਖਿਆ ਕਿ ਜਿਹੜੇ ਆਮ ਤੌਰ ਤੇ ਸਾਡੇ ਜਿਹੜੇ ਖਿਡਾਰੀ ਜਿਹੜੇ ਵਿੰਗਸ ਦੇ ਵਿੱਚ ਨੇ, ਹੋਸਟਲ ਦੇ ਵਿੱਚ ਨੇ ਨਾ, ਬਹੁਤੇ ਗਰੀਬ ਘਰਾਂ ਦੇ ਆ। ਸੋ ਕੱਲ ਰੋੜੀ ਸਾਹਿਬ ਨੇ ਵੀ ਜਿਹੜਾ ਇੱਕ ਸਵਾਲ ਕੀਤਾ ਸੀ ਕਿ ਜੀ ਉੱਥੇ ਮੈਸ ਨਹੀਂ ਚੱਲ ਰਹੀ। ਅਸੀਂ ਕੋਆਪਰੇਟਿਵ ਮੈਸ ਵੀ ਚਲਾ ਰਹੇ ਹਾਂ ਉਹਨਾਂ ਖਿਡਾਰੀਆਂ ਦੀ ਡਾਈਟ ਲਈ। ਉਹਦੇ ਨਾਲ ਨਾਲ ਸਰ, ਕਿਉਂਕਿ 2016 ਤੋਂ ਬਾਅਦ, ਉਹ ਵੀ ਮੈਨੂੰ ਲੱਗਦਾ ਇਲੈਕਸ਼ਨ ਈਅਰ ਸੀ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਲੈਕਸ਼ਨ ਈਅਰ ਦੇ ਵਿੱਚ ਇੱਥੇ ਬੜਾ ਕੁਝ ਹੋ ਜਾਂਦਾ ਹੈ। ਪੰਜਾਬ ਦੇ ਕਿਸੇ ਵੀ ਖਿਡਾਰੀ ਨੂੰ, ਜੇ ਮੈਂ ਗਲਤ ਨਹੀਂ ਤਾਂ 2016 ਤੋਂ ਬਾਅਦ ਸਰ ਇਕਵਿਪਮੈਂਟ ਤੱਕ ਨਹੀਂ ਦਿੱਤਾ ਗਿਆ।
ਜਦੋਂ ਅਸੀਂ ਕਿਸੇ ਗਰੀਬ ਖਿਡਾਰੀ ਨੂੰ ਕੋਈ ਇਕਵਿਪਮੈਂਟ ਨਹੀਂ ਲੈ ਕੇ ਦੇ ਰਹੇ ਤਾਂ ਅਸੀਂ ਕਿਸ ਤਰ੍ਹਾਂ ਉਮੀਦ ਕਰ ਸਕਦੇ ਹਾਂ ਵੀ ਭਾਈ ਉਹ ਕੱਲ ਨੂੰ ਮੈਡਲ ਲੈ ਕੇ ਆਊਗਾ 올림픽 ਦੇ ਵਿੱਚ? ਕਿਸ ਤਰ੍ਹਾਂ ਉਮੀਦ ਕਰ ਸਕਦੇ ਹਾਂ ਵੀ ਉਹ ਜਿਹੜੀਆਂ ਖੇਲੋ ਇੰਡੀਆ ਹੋਈਆਂ ਉਹਨਾਂ ਦੇ ਵਿੱਚ ਮੈਡਲ ਲੈ ਕੇ ਆਊਗਾ? ਸੋ ਸਰ, ਮਾਨ ਸਾਹਿਬ ਨੇ ਇਸ ਗੱਲ ਦਾ ਮੇਰੇ ਨਾਲ ਵਾਅਦਾ ਵੀ ਕੀਤਾ ਕਿ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਸਾਡੇ ਖਿਡਾਰੀ ਆ ਜਿਹੜੇ ਪ੍ਰੋਫੈਸ਼ਨਲ ਨੇ, ਸਾਰਿਆਂ ਨੂੰ ਇਕਵਿਪਮੈਂਟ ਵੀ ਪ੍ਰੋਵਾਈਡ ਕਰਵਾਏ ਜਾਣਗੇ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਗਰਾਊਂਡ ਆ ਉਹ ਵੀ ਬਣਾਏ ਜਾਣਗੇ ਤਾਂ ਕਿ ਦੁਬਾਰਾ ਪੰਜਾਬ ਦੀਆਂ ਖੇਡਾਂ ਨੂੰ ਪਹਿਲੇ ਨੰਬਰ ਤੇ ਲੈ ਕੇ ਆਇਆ ਜਾ ਸਕੇ। ਸੰਦੀਪ ਜੀ, ਤੁਹਾਡੇ ਰਾਹੀਂ ਮੰਤਰੀ ਸਾਹਿਬ ਨੂੰ ਰਿਕੁਐਸਟ ਹੈ, ਗਰਾਊਂਡਾਂ ਦੀ ਗੱਲ ਚੱਲ ਰਹੀ ਹੈ, ਬਹੁਤ ਸਾਰੀ ਪੰਚਾਇਤਾਂ ਅਸੀਂ ਸક્ષਮ ਹੈਗੇ, ਅਸੀਂ ਆਪ ਦੇ ਗਰਾਊਂਡ ਡਿਵੈਲਪ ਕਰ ਸਕਦੇ, ਪਰ ਸਾਨੂੰ ਜਿਸ ਚੀਜ਼ ਦੀ ਲੋੜ ਹੈ ਇੱਕ ਸਟੈਂਡਰਡ ਡਿਜ਼ਾਈਨ ਦਿੱਤਾ ਜਾਵੇ। ਕੋਈ ਵਧੀਆ ਸਪੋਰਟਸ ਪਰਸਨ ਨਾਲ ਕੰਸਲਟ ਕਰਕੇ, ਕੋਈ ਅੱਜ ਕੱਲ੍ਹ ਕੀ ਹੁੰਦਾ ਹੈ, ਅਸੀਂ ਜਾਂ ਤਾਂ ਸੈਕਟਰੀ ਨੂੰ ਜਾਂ BDO ਨੂੰ ਜਾਂ ਪੰਚਾਇਤੀ ਅਫਸਰਾਂ ਨੂੰ ਕਹਿੰਦੇ ਹੈ, ਉਹ ਡਿਜ਼ਾਈਨ ਉਹਨਾਂ ਨੂੰ ਨਾ ਕੋਈ ਨੌਲੇਜ ਹੈ ਨਾ ਕੋਈ ਰੁਚੀ ਹੈ। ਤੇ ਆ ਮੇਰੀ ਰਿਕੁਐਸਟ ਹੈ ਵੀ ਇੱਕ ਸਟੈਂਡਰਡਾਈਜ਼ਡ ਡਿਜ਼ਾਈਨ ਤੇ ਥੋੜਾ ਜਿਹਾ ਸਾਨੂੰ ਦੱਸ ਦਿੱਤਾ ਜਾਵੇ ਵੀ ਇੰਨੀ ਥਾਂ ਹੋਣੀ ਚਾਹੀਦੀ ਹੈ, ਇੱਕ ਵਧੀਆ ਡਿਜ਼ਾਈਨ ਬਣਾ ਕੇ ਦਿੱਤਾ ਜਾਵੇ ਤਾਂ ਕਿ ਅਸੀਂ ਆਪ ਆਪਣੇ ਗਰਾਊਂਡਸ ਤਿਆਰ ਕਰ ਸਕੀਏ। ਥੈਂਕ ਯੂ ਜੀ। ਸਰਦਾਰ ਪ੍ਰਗਟ ਸਿੰਘ ਜੀ, ਮੈਨੂੰ ਲੱਗਦਾ ਵੀ ਇਹ ਤੇ ਕੋਈ ਵਧੀਆ ਇਨਪੁਟ ਦੇ ਸਕਦੇ ਨੇ ਜੀ। ਖੈਰ ਮੇਰੀ ਮੀਤ ਹੇਰ ਜੀ ਨਾਲ ਇਸ ਤੇ 2-3 ਵਾਰੀ ਡਿਸਕਸ਼ਨ ਹੋਈ ਹੈ। ਵੈਸੇ ਹਾਊਸ ਦੀ ਇਨਫੋਰਮੇਸ਼ਨ ਲਈ ਜਿਹੜੀ ਕਾਮਨਵੈਲਥ ਹਾਕੀ ਦੀ ਟੀਮ ਹੁਣ ਸਿਲੈਕਟ ਹੋਈ ਹੈ ਉਹਦੇ ਵਿੱਚ 11 ਲੋਕ ਪੰਜਾਬ ਦੇ, 11 ਮੁੰਡੇ। ਅਸੀਂ ਕਈ ਵਾਰੀ ਨਾ ਸਾਨੂੰ ਆਦਤ ਹੀ ਪੈ ਗਈ ਪੰਜਾਬ ਨੂੰ ਨਿੰਦਣ ਦੀ, ਪਤਾ ਨਹੀਂ ਅਸੀਂ ਦਿੱਲੀ ਤੋਂ ਪਿੱਛੇ ਹੀ ਰੱਖਣਾ ਚਾਹੁੰਦੇ ਹਮੇਸ਼ਾ, ਪਤਾ ਨਹੀਂ ਸਾਨੂੰ ਇਹ ਕੀ ਸਮੱਸਿਆ ਆ ਗਈ ਹੈ। ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਤੁਹਾਡੇ ਮਾਧਿਅਮ ਤੋਂ ਕਹਿਣਾ ਚਾਹੂੰਗਾ ਮੀਤ ਜੀ ਨੂੰ, ਕਿਉਂਕਿ ਆਫੀਸਰਸ ਦੇ ਵਿੱਚ ਡਾਇਰੈਕਟਰ ਸਪੋਰਟਸ ਲੱਗਣ ਲਈ ਤੇ ਸੈਕਟਰੀ ਸਪੋਰਟਸ ਲੱਗਣ ਲਈ ਲਾਸਟ ਅਹੁਦਾ ਹੁੰਦਾ। ਜੇ ਆਪਾਂ ਕਿਤੇ ਕੰਮ ਕਰਨਾ ਹੈਗਾ ਸਕੂਲ, ਕਿਉਂਕਿ ਸਕੂਲਾਂ ਦਾ ਤੇ ਸਪੋਰਟਸ ਦਾ ਜਿਹੜਾ ਆ, ਕਿਉਂਕਿ ਅਲਟੀਮੇਟਲੀ ਬੱਚਿਆਂ ਨੇ ਸਪੋਰਟਸ ਜਿਹੜੀ ਉਹ ਸਕੂਲਾਂ 'ਚ ਜਾ ਕੇ ਹੀ ਕਰਨੀ ਹੁੰਦੀ, ਕਾਲਜਾਂ ਦੇ ਵਿੱਚ ਹੀ ਜਾ ਕੇ ਕਰਨੀ ਹੁੰਦੀ ਆ। ਸੋ ਇਹ ਚੰਗੀ ਗੱਲ ਆ ਵੀ ਇਹ ਦੋਨੇ ਮਹਿਕਮੇ ਇਹਨਾਂ ਕੋਲ ਆ। ਕੋਈ ਚੰਗਾ ਆਫੀਸਰ ਲਾ ਲਓ, ਕਿਉਂਕਿ ਇਹ ਓਵਰਨਾਈਟ ਕੁਝ ਨਹੀਂ ਹੋਣਾ। ਮੈਂ ਕਹਾਂ ਜਿਹੜੇ ਇਹ ਬੱਚੇ ਹੁਣ 11 ਇੰਡੀਆ ਦੀ ਟੀਮ 'ਚ ਆਏ ਆ ਨਾ, 2005 ਦੀ ਪ੍ਰੋਡਕਟ ਆ ਇਹ। ਆਪਾਂ ਕਈ ਵਾਰੀ ਇਹ ਕਹਿਣ ਲੱਗ ਪੈਂਦੇ ਵੀ ਸ਼ਾਇਦ ਇਹ ਕੱਲ੍ਹ ਨੂੰ ਹੋ ਜਾਣਾ, ਇਹ ਪਰਸੋਂ ਨੂੰ ਹੋ ਜਾਣਾ। ਇੱਦਾਂ ਦਾ ਕੁਝ ਨਹੀਂ ਹੁੰਦਾ ਸਪੋਰਟਸ ਦੇ ਵਿੱਚ, ਨਾ ਐਜੂਕੇਸ਼ਨ ਦੇ ਵਿੱਚ ਹੁੰਦਾ, ਨਾ ਸਪੋਰਟਸ ਦੇ ਵਿੱਚ ਹੁੰਦਾ। ਸੋ ਇਸ ਕਰਕੇ ਸਾਨੂੰ ਸਿਰਫ ਤੇ ਸਿਰਫ ਟ੍ਰੇਨਿੰਗ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੈ, ਸਾਨੂੰ ਸਟੇਡੀਅਮਸ ਬਣਾਉਣ ਦੀ ਜ਼ਰੂਰਤ ਨਹੀਂ ਹੈ, ਲੇਕਿਨ ਸਾਨੂੰ ਕੋਚ ਜ਼ਰੂਰ ਚਾਹੀਦੇ ਆ। ਕਿਉਂਕਿ 2000 ਫਿਜ਼ੀਕਲ ਐਜੂਕੇਸ਼ਨ ਟੀਚਰ ਜਿਹੜੇ PTI ਪਿਛਲੀ ਸਰਕਾਰ ਦੇ ਵਿੱਚ ਸੈਂਕਸ਼ਨ ਕਰਵਾ ਕੇ ਗਿਆ ਸੀ, ਉਹ ਜਲਦੀ ਭਰਤੀ ਕਰਵਾ ਲੈਣ ਤਾਂ ਕਿ ਉਹ 6000 ਸਕੂਲਾਂ ਦੇ ਵਿੱਚ ਕੰਮ ਕਰਨਗੇ। ਉਹਦੇ ਲਈ ਸਾਨੂੰ ਫਿਜ਼ੀਕਲ ਟ੍ਰੇਨਿੰਗ ਜਿਹੜੀ ਆ, ਕਿਉਂਕਿ ਸਾਡੇ ਕੋਲ ਸਬਜੈਕਟ ਦੇ ਵਿੱਚ ਮਾਸਟਰਸ ਨਹੀਂ ਹੈਗੇ, ਸਾਨੂੰ ਸਾਊਥ ਅਫਰੀਕਾ ਤੋਂ ਆਲਰੇਡੀ ਟਾਈਡ ਅਪ ਹੋਇਆ ਹੈਗਾ। ਮੈਂ ਇਹਨਾਂ ਨੂੰ ਵੀ ਡਿਟੇਲ ਦੇ ਦੂੰਗਾ ਤਾਂ ਕਿ ਸਾਡੇ ਬੱਚੇ ਜਿਹੜੇ ਅੱਜ ਸ਼ੁਰੂ ਕਰਨਗੇ ਉਹਨਾਂ ਦੇ ਫਿਜ਼ੀਕਲ ਪੈਰਾਮੀਟਰਸ ਠੀਕ ਹੋਣਗੇ, ਤਾਂ ਜਾ ਕੇ ਆਪਾਂ 2030 ਦੀ, 2032 ਦੀ ਜਾਂ 34 ਦੀ ਗੱਲ ਕਰਾਂਗੇ। ਅਦਰਵਾਈਜ਼ ਇੱਥੇ ਅਸੀਂ ਕਹਿ ਕੇ ਚਲੇ ਜਾਵਾਂਗੇ, ਮੈਂ ਵੀ ਕਈ ਕੁਝ ਕਹਿ ਦੂੰਗਾ, ਤੁਸੀਂ ਵੀ ਕੋਈ ਕੁਝ ਕਹਿ ਦੋਗੇ, ਪਰ ਗਰਾਊਂਡ ਰਿਐਲਿਟੀ ਦੇ ਵਿੱਚ ਇਹਨੂੰ ਲੰਬਾ ਲੈ ਗਏ ਆ। ਤੁਹਾਡੀਆਂ ਗੱਲਾਂ ਬੜੀਆਂ ਵੈਲਿਊਬਲ, ਪਰ ਕੁਐਸਚਨ ਆਵਰ ਦੀ ਸੈਂਕਟੀਟੀ ਬਣਾ ਕੇ ਰੱਖੀ। ਤੁਸੀਂ ਤਾਂ ਮੰਤਰੀ ਜੀ ਮੈਂ ਤਾਂ ਸਿਰਫ ਇੰਨੀ ਇੱਕ ਗੱਲ ਕਹੀ ਆ। ਥੈਂਕ ਯੂ। ਨਹੀਂ, ਬਹੁਤ ਅੱਛਾ, ਥੈਂਕ ਯੂ ਮੰਤਰੀ ਜੀ। ਇੱਕ ਆ ਮੈਂਬਰ ਸਾਹਿਬ ਪਹਿਲਾਂ ਕੁਝ ਕਹਿ ਜੀ ਕਰ ਦਿੰਦੇ ਮੰਤਰੀ ਜੀ। ਇਕੱਠਾ ਜਵਾਬ ਦੇ ਦਿੰਦੇ ਕਿਵੇਂ ਜੀ? ਯਾਰ ਤੁਸੀਂ ਇਸ ਤਰ੍ਹਾਂ ਨਹੀਂ, ਮੈਂਬਰ ਸਾਹਿਬ ਕਿਰਪਾ ਕਰਕੇ, ਮੰਤਰੀ ਜੀ ਖੜੇ, ਉਹਨਾਂ ਨੇ ਕੁਝ ਬੋਲਣਾ ਹੈ, ਲੈਟ ਹਿਮ ਸਪੀਕ। ਬੈਠੋ ਤੁਸੀਂ ਜੀ। ਮੰਤਰੀ ਜੀ। ਸਪੀਕਰ ਸਾਹਿਬ, ਮਾਨਯੋਗ ਮੈਂਬਰ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਇਹ ਬੜਾ ਇਗਨੋਰ ਡਿਪਾਰਟਮੈਂਟ ਰਿਹਾ। ਆਫੀਸਰ ਵੀ ਇੱਥੇ ਲੱਗ ਕੇ ਘੱਟ ਹੀ ਰਾਜੀ ਆ ਤੇ ਸਰਕਾਰਾਂ ਵੱਲੋਂ ਵੀ ਪਿਛਲੇ ਸਮੇਂ 'ਚ ਬੜਾ ਇਗਨੋਰਡ ਰਿਹਾ। ਇਸੇ ਕਰਕੇ ਜਿਹੜਾ ਉਹਨਾਂ ਨੇ ਕਿਹਾ ਵੀ PTI ਨੂੰ ਡਾਈਂਗ ਕਾਡਰ ਦੇ ਵਿੱਚ ਪਾਤਾ, ਵੀ ਨਵੇਂ PTI ਟੀਚਰ ਹੀ ਭਰਤੀ ਨਹੀਂ ਕਰਨੇ। ਇਹ ਬਿਲਕੁਲ ਠੀਕ ਹੈ। ਜੇ ਅਸੀਂ ਬੱਚੇ ਨੂੰ ਸਕੂਲ ਦੇ ਵਿੱਚ ਤਿਆਰ ਨਹੀਂ ਕਰਾਂਗੇ ਤਾਂ ਕਾਲਜ ਜਾਂ ਕਿਸ ਤਰ੍ਹਾਂ ਖੇਡੂਗਾ, ਤਾਂ ਉਹ ਪੰਜਾਬ ਲਈ, ਦੇਸ਼ ਲਈ ਕਿਸ ਤਰ੍ਹਾਂ ਖੇਡੂਗਾ। ਸੋ ਬੜੀ ਇਹ ਠੀਕ ਗੱਲ ਹੈ ਕਿ PTI ਟੀਚਰਾਂ ਨੂੰ ਦੁਬਾਰਾ ਜਿਹੜੀ ਭਰਤੀ ਹੈ ਸ਼ੁਰੂ ਹੋਣੀ ਕਰਨੀ ਚਾਹੀਦੀ ਹੈ ਤੇ ਉਹਦੇ ਲਈ ਸਰ ਅਸੀਂ ਰੂਲਸ ਬਣਾ ਰਹੇ ਹਾਂ ਤੇ 2000 ਜਿਹੜੇ PTI ਟੀਚਰ ਹੈ ਬੜੀ ਜਲਦੀ ਜਿਹੜੀ ਉਹਨਾਂ ਦੀ ਜਿਹੜੀ ਭਰਤੀ ਕਰਨ ਜਾ ਰਹੇ ਹਾਂ ਤਾਂ ਕਿ ਸ਼ੁਰੂ ਤੋਂ ਜਿਹੜੇ ਬੱਚੇ ਆ ਉਹਨਾਂ ਨੂੰ ਫਿਜ਼ੀਕਲੀ ਫਿੱਟ ਵੀ ਰੱਖਿਆ ਜਾਵੇ ਤੇ ਉਹਨਾਂ ਨੂੰ ਖੇਡਾਂ ਦੇ ਨਾਲ ਜਿਹੜਾ ਉਹ ਜੋੜਿਆ ਜਾਵੇ। ਬਿਲਾਸਪੁਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ ਸਪੀਕਰ ਸਾਹਿਬ। ਸਪੀਕਰ ਸਾਹਿਬ, ਮੇਰੇ ਹਲਕੇ ਦਾ ਪਿੰਡ ਹੈ ਜੀ ਢੁੱਡੀ ਕੇ,
ਗਦਰੀ ਬਾਬਿਆਂ ਦਾ ਪਿੰਡ ਆ ਜੀ ਤੇ ਲਾਲਾ ਲਾਜਪਤ ਰਾਏ ਜੀ ਦਾ ਪੀਓ ਨਗਰ ਆ ਜੀ। ਉੱਥੇ ਇੱਕ ਸਰਕਾਰੀ ਕਾਲਜ ਆ ਜੀ ਲਾਲਾ ਲਾਜਪਤ ਰਾਏ ਜੀ ਦੇ ਨਾਂ ਤੇ ਬਣਿਆ। ਉੱਥੇ ਆਸਟ੍ਰੋਟਰਫ ਦਾ ਗਰਾਊਂਡ ਤਾਂ ਬਣ ਗਿਆ ਜੀ, ਪਰ ਪਾਣੀ ਦੀ ਘਾਟ ਕਾਰਨ ਉਹ ਸੁੱਕ ਰਿਹਾ, ਉਹਦਾ ਬਹੁਤ ਬੁਰਾ ਹਾਲ ਹੋ ਰਿਹਾ ਜੀ ਔਰ ਬੜਾ ਕਾਸਟਲੀ ਆ। ਜਿਹੜੇ ਕਾਲਜ ਦੀ ਮੈਨੇਜਮੈਂਟ ਆ ਉਹ ਚਲਵਾ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਫੰਡਸ ਵਗੈਰਾ ਹੈ ਨਹੀਂ, ਇਸ ਕਰਕੇ ਉੱਥੇ ਪਾਣੀ ਦੀ ਵੀ ਘਾਟ ਆ, ਮੋਟਰ ਦੀ ਜ਼ਰੂਰਤ ਆ। ਤੇ ਕਿਰਪਾ ਕਰਕੇ ਜਿਹੜਾ ਇਹ ਲਾਲਾ ਲਾਜਪਤ ਰਾਏ ਜੀ ਕਾਲਜ ਦਾ ਗਰਾਊਂਡ ਆ ਉਹ ਆਪਣੇ ਵਿਭਾਗ ਦੇ ਅਧੀਨ ਉਹਨੂੰ ਸੰਭਾਲਿਆ ਜਾਵੇ। ਵੱਖਰਾ ਸਵਾਲ ਬਣਦਾ ਜੀ। ਧੰਨਵਾਦ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ। ਸਰ ਮੈਂ ਕੋਈ ਖਹਿਰਾ ਸਾਹਿਬ। ਸਪੀਕਰ ਸਾਹਿਬ ਹੁਣ ਵੀ ਸਮਾਂ ਜਿਹੜਾ ਪੂਰੇ ਸਵਾਲ ਲੈ ਨਹੀਂ ਜਾਣੇ। ਮੇਰਾ ਵੀ ਸਵਾਲ ਪਰਸੋਂ ਜਿਹੜਾ ਮੈਂ ਰਿਕੁਐਸਟ ਕਰਨਾ ਚਾਹੁੰਦਾ ਸੀ PWD ਮਿਨਿਸਟਰ ਨੂੰ, ਘੱਟੋ ਘੱਟ ਜਿਹੜੇ ਜਵਾਬ ਤਿਆਰ ਹੋਏ ਨੇ ਪਰਸੋਂ ਕਿਉਂਕਿ ਸਮਾਂ ਨਹੀਂ ਸੀ, ਠੀਕ ਹੈ, ਉਹ ਜਵਾਬ ਹੀ ਸਾਨੂੰ ਦਵਾ ਦਿਓ ਜੀ ਪਲੀਜ਼। ਬੈਠੋ ਜੀ। ਬਿਲਕੁਲ। ਸ਼੍ਰੀ ਦਿਨੇਸ਼ ਚੱਡਾ। ਮਾਨਯੋਗ ਸਪੀਕਰ ਸਾਹਿਬ ਸਵਾਲ ਨੰਬਰ 262। ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟਰਾਂਸਪੋਰਟ ਮੰਤਰੀ। ਮਾਨਯੋਗ ਸਪੀਕਰ ਸਾਹਿਬ, ਨਹੀਂ ਸ਼੍ਰੀਮਾਨ ਜੀ, ਇਸ ਸਮੇਂ ਸਰਕਾਰ ਵੱਲੋਂ ਕਮਰਸ਼ੀਅਲ ਵਾਹਨਾਂ ਸੰਬੰਧੀ ਪਾਸਿੰਗ ਰਜਿਸਟ੍ਰੇਸ਼ਨ ਅਤੇ ਹੋਰ ਕੰਮ ਜ਼ਿਲ੍ਹਾ ਪੱਧਰ ਤੇ ਸ਼ੁਰੂ ਕਰਨ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ। ਹਾਂ, ਇਹ ਠੀਕ ਹੈ ਕਿ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਲਈ ਉਮੀਦਵਾਰਾਂ ਨੂੰ ਦੂਰ ਦਰਾਡੇ ਟ੍ਰੇਨਿੰਗ ਕਰਕੇ ਸਰਟੀਫਿਕੇਟ ਹਾਸਲ ਕਰਨ ਲਈ ਸਟੇਟ ਇੰਸਟੀਚਿਊਟ ਮਾਨਯੋਗ ਮੰਤਰੀ ਜੀ, ਇਹ ਮੇਰਾ ਖਿਆਲ ਹੈ ਲਿਖਤੀ ਪਹੁੰਚ ਗਿਆ ਹੋਵੇਗਾ ਮੈਂਬਰ ਸਾਹਿਬ ਕੋਲੇ। ਜੇ ਉਹਨਾਂ ਨੇ ਕੋਈ ਸਪਲੀਮੈਂਟਰੀ ਪੁੱਛਣਾ ਤਾਂ ਫਿਰ ਪੁੱਛ ਲੈਣ। ਜੀ ਜੀ। ਮਾਨਯੋਗ ਸਪੀਕਰ ਸਾਹਿਬ, ਮੈਂ ਤੁਹਾਡੇ ਮਾਧਿਅਮ ਰਾਹੀਂ ਮੰਤਰੀ ਸਾਹਿਬ ਤੋਂ ਪੁੱਛਣਾ ਚਾਹੁੰਦਾ ਕਿ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਲਈ ਮਹੂਆਣਾ ਦੇ ਵਿੱਚ ਟੈਸਟ ਦੀ ਜ਼ਰੂਰੀ ਸ਼ਰਤ ਹੈ, ਇਹਦੀ ਨਾ ਤਾਂ ਮੋਟਰ ਵਹੀਕਲ ਐਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਹੈ। ਸੈਕਸ਼ਨ 9 ਨਾਲੇ ਸੈਕਸ਼ਨ 9 ਜਿਹੜਾ ਮੋਟਰ ਵਹੀਕਲ ਐਕਟ ਦਾ ਲਾਇਸੈਂਸਿੰਗ ਦੇ ਬਾਰੇ ਹੈ, ਉਹਦੇ 'ਚ ਇਹਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਕੋਈ ਮਹੂਆਣੇ ਤੋਂ ਹੀ ਜਿਹੜਾ ਸਰਟੀਫਿਕੇਟ ਹੈ ਉਹ ਜ਼ਰੂਰੀ ਕੀਤਾ ਜਾਵੇ। ਪਰ ਸਾਰੇ ਪੰਜਾਬ ਦੇ ਵਿੱਚੋਂ ਕਮਰਸ਼ੀਅਲ ਲਾਇਸੈਂਸ ਦੇ ਲਈ ਮਹੂਆਣੇ ਟੈਸਟ ਦੇਣ ਦੇ ਲਈ ਜਾਣਾ ਪੈਂਦਾ। ਭਾਵੇਂ ਹੁਣ ਤੁਸੀਂ 4 ਜ਼ਿਲ੍ਹਿਆਂ ਦੇ ਵਿੱਚ ਸਕੂਲ ਖੋਲ੍ਹਣ ਦੀ ਗੱਲ ਕੀਤੀ ਹੈ, ਪਰ 4 ਜ਼ਿਲ੍ਹਿਆਂ ਦੇ ਵਿੱਚ ਜਾਣ ਲਈ ਵੀ ਸਾਰੇ ਪੰਜਾਬ ਦੇ ਵਿੱਚੋਂ ਬੜਾ ਕਸ਼ਟ ਜਿਹੜਾ ਲੋਕਾਂ ਨੂੰ ਝੱਲਣਾ ਪੈਣਾ। ਜਦ ਇਹਦੀ ਕੋਈ ਐਕਟ ਵਿੱਚ ਪ੍ਰੋਵੀਜ਼ਨ ਨਹੀਂ ਹੈ, ਫਿਰ ਇਹਨੂੰ ਮੈਂਡੇਟਰੀ ਕਿਉਂ ਰੱਖਿਆ ਗਿਆ? ਇਹ ਜ਼ਿਲ੍ਹਾ ਪੱਧਰ ਤੇ ਹੀ ਜਿਹੜਾ ਇਹ ਟੈਸਟ ਹੈ ਉਹ ਜਾਂ ਟ੍ਰੇਨਿੰਗ ਹੈ ਉਹ ਕਿਉਂ ਨਹੀਂ ਕਰਵਾ ਲਈ ਜਾਂਦੀ? ਸੈਕਸ਼ਨ 12 ਜਿਹੜਾ ਮੋਟਰ ਵਹੀਕਲ ਐਕਟ ਦਾ, ਉਹਦੇ ਵਿੱਚ ਜਿਹੜੇ ਸਕੂਲ ਦੇ ਲਈ ਰੂਲ ਬਣਾਉਣੇ ਆ ਗਵਰਨਮੈਂਟ ਨੇ, ਜ਼ਿਲ੍ਹਾ ਪੱਧਰ ਤੇ ਉਹ ਸਕੂਲ ਖੁੱਲ੍ਹ ਸਕਦੇ ਆ, ਚਾਹੇ ਪ੍ਰਾਈਵੇਟ ਚਾਹੇ ਸਰਕਾਰੀ। ਉੱਥੋਂ ਦੇ ਸਰਟੀਫਿਕੇਟ ਨੂੰ ਮੰਨ ਕੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਹੀ ਇਹ ਟ੍ਰੇਨਿੰਗ ਕਰਵਾ ਕੇ ਇਸ ਕੰਮ ਨੂੰ ਸੌਖਾ ਕਿਉਂ ਨਹੀਂ ਕਰ ਦਿੰਦੇ ਐਪਲੀਕੈਂਟਸ ਦੇ ਲਈ? ਜੀ ਮੰਤਰੀ ਜੀ। ਮਾਨਯੋਗ ਸਪੀਕਰ ਸਾਹਿਬ, ਇਸ ਮੰਗ ਨੂੰ ਦੇਖਦੇ ਹੋਏ ਜਿਹੜੀ ਸਾਡੇ ਮਾਨਯੋਗ ਮੈਂਬਰ ਸਾਹਿਬ ਨੇ ਗੱਲ ਕੀਤੀ ਹੈ, ਪੂਰੇ ਪੰਜਾਬ ਦੀ ਮੰਗ ਆ, ਕਿਉਂਕਿ ਬੜੀ ਖੱਜਲ ਖੁਆਰੀ ਹੁੰਦੀ ਆ ਮਹੂਆਣੇ ਜਿਹੜਾ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨਾ ਪੈਂਦਾ। ਇਹ ਹੁਸ਼ਿਆਰਪੁਰ ਸਥਾਪਿਤ ਕੀਤਾ ਗਿਆ ਇੱਕ ਇਹੋ ਹੀ ਲਾਇਸੈਂਸ ਪ੍ਰਾਪਤ ਕਰਨ ਲਈ, ਨਾਲ ਜ਼ਿਲ੍ਹਾ ਕਪੂਰਥਲਾ 'ਚ, ਜ਼ਿਲ੍ਹਾ ਮਲੇਰਕੋਟਲਾ, ਜ਼ਿਲ੍ਹਾ ਗੁਰਦਾਸਪੁਰ 'ਚ, ਤੇ ਹੋਰ ਵੀ ਜਿੱਥੇ ਜਿੱਥੇ ਸਰਵੇ ਕਰਾਏ ਜਾਣਗੇ ਲੋਕਾਂ ਦੀ ਮੰਗ ਅਨੁਸਾਰ ਮਹਿਕਮੇ ਤੋਂ ਸਰਵਾ ਕਰਵਾ ਕੇ ਲੋਕਾਂ ਦੀ ਜਿਹੜੀ ਜੋ ਵੀ ਜ਼ਰੂਰਤ ਹੋਵੇਗੀ ਉਹਦੇ ਤਾਂ ਵਿਧਾਨ ਸਭਾ ਦੀ ਕਾਰਵਾਈ ਇਸ ਵੇਲੇ ਜਾਰੀ ਹੈ। ਹੁਣ ਤੋਂ ਥੋੜੀ ਹੀ ਦੇਰ ਦੇ ਵਿੱਚ ਬਜਟ ਪੇਸ਼ ਹੋਏਗਾ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪਹਿਲਾ ਬਜਟ ਹੈ ਜੋ ਹਰਪਾਲ ਚੀਮਾ ਖਜ਼ਾਨਾ ਮੰਤਰੀ ਪੇਸ਼ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਚੁੱਕੇ ਨੇ। ਥੋੜੀ ਹੀ ਦੇਰ ਦੇ ਵਿੱਚ, ਹੁਣ ਤੋਂ ਥੋੜੇ ਹੀ ਸਮੇਂ ਦੇ ਵਿੱਚ ਬਜਟ ਪੇਸ਼ ਹੋਏਗਾ। ਬਜਟ ਦੇ ਵਿੱਚ ਕੀ ਕੁਝ ਰਾਹਤ ਮਿਲਦੀ ਹੈ, ਕੀ ਕੁਝ ਉਸ ਦੇ ਵਿੱਚ ਨਵਾਂ ਆਉਂਦਾ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਜਟ ਕਿਹੋ ਜਿਹਾ ਹੈ, ਵਿਜ਼ਨ ਕਿਹੋ ਜਿਹਾ ਹੈ, ਉਹ ਇਸ ਬਜਟ ਤੋਂ ਪਤਾ ਲੱਗੇਗਾ। ਥੋੜੀ ਹੀ ਦੇਰ ਦੇ ਵਿੱਚ, ਹੁਣ ਤੋਂ ਥੋੜੀ ਹੀ ਦੇਰ ਦੇ ਵਿੱਚ ਬਜਟ ਪੇਸ਼ ਹੋਏਗਾ। ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਪਹੁੰਚ ਚੁੱਕੇ ਨੇ। ਖਜ਼ਾਨਾ ਮੰਤਰੀ ਹਰਪਾਲ ਚੀਮਾ ਵੀ ਵਿਧਾਨ ਸਭਾ ਪਹੁੰਚ ਚੁੱਕੇ ਨੇ। ਤਾਂ ਹੁਣ ਤੋਂ ਕੁਝ ਹੀ ਸਮੇਂ ਦੇ ਵਿੱਚ ਬਜਟ ਪੇਸ਼ ਹੋਏਗਾ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪਹਿਲਾ ਬਜਟ ਹੈ। ਤਕਰੀਬਨ 3 ਮਹੀਨੇ ਹੋਏ ਨੇ ਸਰਕਾਰ ਬਣੀ ਨੂੰ। ਬਹੁਤ ਸਾਰੇ ਮੁੱਦੇ ਆਮ ਆਦਮੀ ਪਾਰਟੀ ਦੇ ਵੱਲੋਂ ਚੁੱਕੇ ਗਏ, ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੀ, ਸੱਤਾ ਦੇ ਵਿੱਚ ਆਉਣ ਤੋਂ ਬਾਅਦ ਵੀ। ਸਿਹਤ ਦਾ ਮੁੱਦਾ, ਸਿੱਖਿਆ ਦਾ ਮੁੱਦਾ, ਸੁਧਾਰਾਂ ਦੀ ਗੱਲ ਕੀਤੀ ਗਈ, ਕਿਸਾਨੀ ਨੂੰ ਲੈ ਕੇ ਗੱਲ ਕੀਤੀ ਗਈ, ਮਹਿਲਾਵਾਂ ਦੇ ਲਈ 1-1000 ਰੁਪਏ ਦਾ ਵਾਅਦਾ ਕੀਤਾ ਗਿਆ। ਹੋਰ ਵੀ ਕਈ ਸਾਰੇ ਵਾਅਦੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ। 1 ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਦੀ ਸ਼ੁਰੂਆਤ ਹੋਣੀ ਹੈ। ਉਸ ਦੇ ਲਈ ਵੀ ਇਸ ਬਜਟ ਦੇ ਵਿੱਚ ਪ੍ਰੋਵੀਜ਼ਨ ਦਿੱਤਾ ਜਾਏਗਾ, ਉਸ ਦੇ ਲਈ ਵੀ ਵਿਵਸਥਾ ਕੀਤੀ ਜਾਏਗੀ। ਕੋਈ ਨਵਾਂ ਟੈਕਸ ਇਸ ਬਜਟ ਦੇ ਵਿੱਚ ਨਹੀਂ ਹੋਏਗਾ। ਲੋਕਾਂ ਦੇ ਲਈ